ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਮੈਂ ਹਾਂ ਗਗਨਦੀਪ ਸਿੰਘ ਤੇ ਅੱਜ ਖਾਸ ਤੌਰ ਦੇ ਉੱਤੇ ਚਰਚਾ ਰਹੇਗੀ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਤੇ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਆਏ ਵੱਡੇ ਬਿਆਨਾਂ ਦੇ ਵੱਲ ਨਿਗਾਹ ਕਰਾਂਗੇ, ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚੋਂ ਕਈ ਅਜਿਹੇ ਸਵਾਲ ਨਿਕਲੇ ਨੇ ਜੋ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਸਮੇਤ ਕੇਂਦਰ ਸਰਕਾਰ ਦੇ ਵੱਲ ਵੱਡੇ ਸਵਾਲ ਖੜੇ ਕਰ ਰਹੇ ਨੇ। ਜੇ ਇਹਨਾਂ ਬਿਆਨਾਂ ਤੋਂ ਬਾਅਦ ਪੋਲੀਟੀਕਲ ਰਿਐਕਸ਼ਨਾਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਭਾਜਪਾ ਦਾ ਵੀ ਰਿਐਕਸ਼ਨ ਬੜੇ ਵੱਡੇ ਪੱਧਰ ਤੇ ਹੈ, ਕਿਉਂਕਿ ਭਾਜਪਾ ਕੁਝ ਮਸਲਿਆਂ ਦੇ ਉੱਤੇ ਸਿੱਧੂ ਦੇ ਨਾਲ ਸਹਿਮਤ ਹੈ ਤੇ ਜਦੋਂ ਗੱਲ ਖੇਤੀ ਕਾਨੂੰਨਾਂ ਦੀ ਆ ਜਾਂਦੀ ਹੈ ਫਿਰ ਨਵਜੋਤ ਸਿੰਘ ਸਿੱਧੂ ਦੇ ਨਾਲ ਅਸਹਿਮਤ ਵੀ ਨਜ਼ਰ ਆਈ ਹੈ ਭਾਜਪਾ। ਸੋ ਇਸ ਦੇ ਆਲੇ ਦੁਆਲੇ ਗੱਲਬਾਤ ਰਹੇਗੀ ਕਿ ਆਖਿਰਕਾਰ ਸਿੱਧੂ ਤੇ ਸਿੱਧੀ ਗੱਲਬਾਤ ਸਿੱਧੂ ਦੇ ਨਾਲ ਭਾਜਪਾ ਕਿੱਦਾਂ ਕਰ ਰਹੀ ਹੈ। ਸੋ ਇਹਨਾਂ ਸਾਰੀਆਂ ਹੀ ਗੱਲਾਂ ਬਾਤਾਂ ਦੇ ਦੌਰ ਨੂੰ ਅੱਗੇ ਵਧਾਵਾਂਗੇ। ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਇੱਕ ਕਰਕੇ ਸਵਾਲਾਂ ਦੇ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਦੁਨੀਆ ਭਰ ਦੇ ਪੰਜਾਬੀਆਂ ਦਾ ਧੰਨਵਾਦ। ਡੱਲਾ ਜੀ, ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਕੀ ਮਾਇਨੇ ਵੇਖਦੇ ਹੋ? ਕਿਉਂਕਿ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਤੇ ਚੌਥਾ ਦਿਨ ਸੀ ਜਦੋਂ ਨਵਜੋਤ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਕਰਦੇ ਨੇ। ਉਸ ਤੋਂ ਪਹਿਲਾਂ ਸੁਨੀਲ ਜਾਖੜ ਕਰਕੇ ਜਾਂਦੇ ਨੇ। ਸੁਨੀਲ ਜਾਖੜ ਵੱਡੇ ਘੁਟਾਲਿਆਂ ਦੀ ਗੱਲ ਕਰਦੇ ਨੇ, ਇਲਜ਼ਾਮ ਵਿਰੋਧੀ ਧਿਰਾਂ ਦੇ ਉੱਤੇ ਲੱਗਦੇ ਨੇ, ਪਰ ਜਦੋਂ ਸਿੱਧੂ ਆਉਂਦੇ ਨੇ ਉਹ ਆਪਣੀ ਸਰਕਾਰ ਦੇ ਸਮੇਤ ਕੇਂਦਰ ਸਰਕਾਰ ਦੋਹਾਂ ਨੂੰ ਰਗੜੇ ਦੇ ਵਿੱਚ ਲੈਂਦੇ ਨੇ। ਨਹੀਂ, ਮੈਂ ਇਹ ਨਹੀਂ ਕਹੂੰਗਾ ਕਿ ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ ਔਰ ਕੇਂਦਰ ਨੂੰ ਰਗੜੇ 'ਚ ਲੈਂਦੇ ਨੇ। ਅਸਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਸਹੀ ਸ਼ਬਦਾਂ ਦੇ ਵਿੱਚ ਇੱਕ ਮੁੱਦੇ ਦੀ ਗੱਲ ਕਰ ਰਹੇ ਨੇ ਔਰ ਜਿਹੜੀ ਗੱਲ ਹੋਣੀ ਚਾਹੀਦੀ ਹੈ। ਦੇਖੋ, ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਜਦੋਂ ਗੱਲ ਪੰਜਾਬ ਦੀ ਆ ਜਾਂਦੀ ਹੈ, ਕਿਸਾਨੀ ਪੰਜਾਬ ਹੀ ਹੈ ਨਾ, ਕਿਸਾਨ ਪੰਜਾਬ ਹੀ ਹੈ ਨਾ, ਜਦੋਂ ਗੱਲ ਪੰਜਾਬ ਦੀ ਆ ਜਾਂਦੀ ਹੈ ਤੇ ਸਾਨੂੰ ਜਿਹੜਾ ਵੀ ਵਿਅਕਤੀ ਪੰਜਾਬ ਦੇ ਹੱਕ 'ਚ ਖੜਾ ਹੈ, ਡਟ ਗਿਆ, ਖੁੱਲ੍ਹ ਕੇ ਗੱਲ ਕਰਦਾ ਹੈ, ਸਾਨੂੰ ਜ਼ਰੂਰ ਉਹਦੀ ਗੱਲ ਬਹੁਤ ਗਹਿਰਾਈ ਦੇ ਨਾਲ ਸੁਣਨੀ ਚਾਹੀਦੀ ਹੈ। ਦੇਖੋ, ਸਿੱਧੂ ਨੇ 4-5 ਗੱਲਾਂ ਜਿਹੜੀਆਂ ਕੀਤੀਆਂ ਨੇ ਉਹ ਬੜੀਆਂ ਚੰਗੀਆਂ ਗੱਲਾਂ ਨੇ। ਅਗਰ ਉਹ ਅਮਲ ਦੇ ਵਿੱਚ ਆ ਜਾਣ ਤੇ ਕਿੱਡਾ ਸਾਡਾ ਖੇਤੀ ਪ੍ਰਬੰਧ ਸੁਧਰ ਜੇ। ਔਰ ਸਿੱਧੂ ਨੇ ਜਿਹੜੀਆਂ ਗੱਲਾਂ ਕੀਤੀਆਂ ਮੈਂ ਸਮਝਾਉਣ ਦੀ ਕੋਸ਼ਿਸ਼ ਵੀ ਕਰੂੰਗਾ, ਕਿਉਂਕਿ ਮੈਂ ਬਹੁਤ ਸਾਰੇ ਲੋਕ ਅਜਿਹੇ ਵੀ ਦੇਖਦਾ ਜਿਹੜੇ ਕਹਿੰਦੇ ਨੇ, ਮੈਂ ਭਗਵੰਤ ਮਾਨ ਦਾ ਵੀ ਬਿਆਨ ਸੁਣ ਰਿਹਾ ਸੀ ਵੀ ਸਿੱਧੂ 4 ਸਾਲ ਕਿੱਥੇ ਸੀ, ਪਹਿਲਾਂ ਕਿਉਂ ਨਹੀਂ ਸਿੱਧੂ ਬੋਲਿਆ। ਸੋ ਸਿੱਧੂ ਬਾਰੇ ਜੇ ਲੋਕ ਇਹ ਗੱਲਾਂ ਕਰਨ ਵੀ ਉਹ ਬੋਲਿਆ ਨਹੀਂ, ਸਿੱਧੂ ਤਾਂ ਚੁੱਪ ਵੀ ਬੋਲੀ ਜਾਂਦਾ ਸੀ, ਹੈ ਜੀ। ਸਿੱਧੂ ਤਾਂ ਘਰੇ ਜਦੋਂ ਚੁੱਪ ਸੀ ਉਦੋਂ ਵੀ ਮੀਡੀਆ 'ਚ ਸਿੱਧੂ ਦੀ ਗੱਲ ਹੋਈ ਜਾਂਦੀ ਸੀ। ਉਹ ਚੁੱਪ ਬੈਠਾ ਕਰਤਾਰਪੁਰ ਸਾਹਿਬ ਵੀ ਜਾਇਆ, ਲਾਂਘੇ ਦਾ ਸੁਨੇਹਾ ਵੀ ਲਿਆ। ਸੋ ਹਰ ਵਿਅਕਤੀ ਦੇ ਕਰਮ ਨੇ। ਹੁਣ ਜਿਹੜੀਆਂ ਗੱਲਾਂ ਸਿੱਧੂ ਨੇ ਪ੍ਰੈਸ ਕਾਨਫਰੰਸ 'ਚ ਕੀਤੀਆਂ ਨੇ, ਵੇਖੋ ਉਹ ਕਹਿੰਦਾ ਕੀ ਹੈ। ਸਿੱਧੂ ਕਹਿੰਦਾ ਵੀ ਸੂਬੇ ਨੂੰ ਆਪਣੇ ਖੇਤੀ ਕਾਨੂੰਨ ਬਣਾਉਣੇ ਚਾਹੀਦੇ। ਗਗਨ, ਕਿਸਾਨ ਅੰਦੋਲਨ ਐਡਾ ਵੱਡਾ ਹੋ ਰਿਹਾ, ਪੋਲੀਟੀਕਲ ਪਾਰਟੀਆਂ ਕਹੀ ਜਾਂਦੀਆਂ ਨੇ ਉੱਪਰ ਸੁਪਰੀਮ ਕੋਰਟ ਤੱਕ, ਸੀਨੀਅਰ ਵਕੀਲ ਸਾਡੇ ਸੁਪਰੀਮ ਕੋਰਟਾਂ ਦੀ ਸੁਣਵਾਈ 'ਚ ਕਹਿ ਰਹੇ ਨੇ ਕਿ ਖੇਤੀ ਕਾਨੂੰਨ ਬਣਾਉਣਾ ਸੂਬਿਆਂ ਦਾ ਵਿਸ਼ਾ ਹੈ। ਤੇ ਸਿੱਧੂ ਵੀ ਤਾਂ ਉਹੀ ਕਹਿ ਰਿਹਾ ਕਿ ਸਾਨੂੰ ਆਪਣੇ ਖੇਤੀ ਕਾਨੂੰਨ ਬਣਾਉਣੇ ਚਾਹੀਦੇ ਨੇ। ਸਿੱਧੂ ਨੇ ਕੀ ਗਲਤ ਕਿਹਾ? ਅਸਲ 'ਚ ਅਸੀਂ ਆਪਣੇ ਖੇਤੀ ਕਾਨੂੰਨ ਨਹੀਂ ਬਣਾ ਰਹੇ। ਅਸੀਂ ਚਾਹੁੰਦੇ ਹਾਂ, ਸੂਬੇ ਦੀਆਂ ਸਰਕਾਰਾਂ ਚਾਹੁੰਦੀਆਂ ਨੇ ਕਿ ਸਾਨੂੰ ਖੇਤੀ ਕਾਨੂੰਨ ਨਾ ਬਣਾਉਣੇ ਪੈ ਜਾਣ। ਖੇਤੀ ਕਾਨੂੰਨ ਜਿਹੜੇ ਬਣੇ ਹੋਏ ਨੇ ਕੇਂਦਰ ਦੇ, ਉਹਦੇ ਹਿਸਾਬ ਨਾਲ ਹੀ ਸੱਤਾ ਚੱਲਦੀ ਰਹੇ। ਤੇ ਕੱਲ੍ਹ ਨੂੰ ਜੇ ਅਸੀਂ ਖੇਤੀ ਕਾਨੂੰਨ ਬਣਾਤੇ ਤੇ ਫਿਰ ਤਾਂ ਕਿਸਾਨ ਸਾਡੇ ਤੋਂ ਮੰਗ ਕਰਨ ਲੱਗ ਜਾਣਗੇ ਵੀ ਤੁਸੀਂ ਕਾਨੂੰਨ ਬਣਾ ਕੇ MSP ਲਾਈ ਸੀ ਜੀ, ਚੱਕੋ ਫਸਲ। ਸਰਕਾਰਾਂ ਕਹਿੰਦੀਆਂ ਇਹ ਤਾਂ ਕਿਸਾਨ ਨਾਰਾਜ਼ ਹੁੰਦੇ ਨੇ ਤੇ ਉਹਨਾਂ ਨੂੰ ਦਿੱਲੀ ਦਾ ਰਾਹ ਵਿਖਾ ਦਿਓ। ਇਸ ਵਾਰ ਵੀ ਤਾਂ ਉਹੀ ਕੀਤਾ ਗਿਆ ਨਾ ਜੀ। ਕਿਸਾਨਾਂ ਦਾ ਮਤਭੇਦ ਪੈਦਾ ਹੋਇਆ ਤੇ ਦਿੱਲੀ ਵਾਲਾ ਰਾਹ ਦਿਖਾਤਾ ਵੀ ਦਿੱਲੀ ਚੱਲੋ, ਦਿੱਲੀ ਮਸਲਾ ਹੱਲ ਹੋਣਾ, ਪੰਜਾਬ 'ਚ ਨਹੀਂ ਹੋਣਾ ਜੀ। ਹਾਲਾਂਕਿ ਜਿਹੜੇ ਸੋਧ ਮਤੇ ਪਾਸ ਕੀਤੇ ਗਏ, ਜਿਹੜੇ ਖੇਤੀ ਕਾਨੂੰਨ ਸੀ ਕੇਂਦਰ ਦੇ, ਪੰਜਾਬ ਨੇ ਉਹ ਸੋਧ ਮਤੇ ਜਿਹੜੇ ਪਾਸ ਕੀਤੇ, ਉਹਨਾਂ ਦਾ ਨਤੀਜਾ ਇਸ ਰੂਪ 'ਚ ਦੇਖੋ, ਉਹ ਵੀ ਇਹੀ ਹੈ ਕਿ ਕੇਂਦਰ ਜਿਹੜੀਆਂ ਗੱਲਾਂ ਕਰ ਰਹੀ ਹੈ, MSP ਤੋਂ ਨਾ ਭੱਜੇ ਕੇਂਦਰ ਫਸਲਾਂ ਦੀ ਖਰੀਦ ਤੋਂ ਨਾ ਭੱਜੇ। ਇਹ ਸੋਧ ਬਿੱਲ ਇਸ ਤਰੀਕੇ ਦੀ ਗਰੰਟੀ ਦਿੰਦੇ ਕਿਸਾਨਾਂ ਨੂੰ। ਉਹ ਸ਼ੁੱਧ ਸੂਬੇ ਦੇ ਆਪਣੇ ਕਾਨੂੰਨ ਨਹੀਂ ਜਿਹੜੇ ਸੋਧ ਬਿੱਲ ਹੈ, ਉਹ ਤਾਂ ਕੇਂਦਰ ਦੇ ਕਾਨੂੰਨਾਂ 'ਚ ਸੋਧ ਹੈ। ਹੁਣ ਸਿੱਧੂ ਕਹਿੰਦਾ ਸੂਬਿਆਂ ਨੂੰ ਖੇਤੀ ਦੇ ਆਪਣੇ ਕਾਨੂੰਨ ਬਣਾਉਣੇ ਚਾਹੀਦੇ ਨੇ, ਬਿਲਕੁਲ ਬਣਾਉਣੇ ਚਾਹੀਦੇ ਨੇ। ਸਿੱਧੂ ਕਹਿੰਦਾ ਸਹਿਕਾਰਤਾ ਐਕਟ 'ਚ ਸੋਧ ਕਰੋ। ਸਹਿਕਾਰਤਾ ਐਕਟ 'ਚ ਸੋਧ ਹੋਊਗੀ ਤਾਂ ਅਸੀਂ ਕਿੰਨੇ ਆਪਣੇ ਖੇਤੀਬਾੜੀ ਨਾਲ ਸੰਬੰਧਿਤ ਕਾਨੂੰਨਾਂ ਦੀ ਵਿਵਸਥਾ ਬਣਾ ਸਕਦੇ ਹਾਂ। ਸਿੱਧੂ ਕਹਿੰਦਾ ਦਾਲ, ਤੇਲ ਫਸਲਾਂ ਨੇ, ਇਹਨਾਂ ਤੇ MSP ਲਾਓ ਤੇ ਸਰਕਾਰ ਚੱਕੇ। ਸਿੱਧੂ ਕਹਿੰਦਾ ਵੇਅਰ ਹਾਊਸ, ਸਾਡੇ ਮਾਰਕਫੈਡ ਦੇ ਜ਼ਰੀਏ ਅਸੀਂ ਦਾਲਾਂ ਚੱਕ ਸਕਦੇ ਹਾਂ। ਕਈ ਖੇਤੀਬਾੜੀ ਮਾਹਰਾਂ ਦੀ ਮੈਂ ਗੱਲ ਸੁਣ ਰਿਹਾ ਸੀ, ਉਹ ਸਵੀਕਾਰ ਕਰਦੇ ਨੇ, ਕਹਿੰਦੇ ਸਿੱਧੂ ਦੀਆਂ ਗੱਲਾਂ ਸਹੀ ਆ ਪਰ ਸਾਡੇ ਕੋਲੇ ਪੈਸਾ ਕਿੱਥੋਂ ਆਊਗਾ ਜੀ। ਹੁਣ ਗੱਲ ਪੈਸੇ ਦੀ ਹੈ
ਦੇਖੋ ਪ੍ਰਸ਼ਾਂਤ ਕਿਸ਼ੋਰ ਨੂੰ ਪ੍ਰਿੰਸੀਪਲ ਐਡਵਾਈਜ਼ਰ ਨਿਯੁਕਤ ਕੀਤਾ ਸਰਕਾਰ ਨੇ, ਕਹਿੰਦੇ ਉਹਦੀ 1 ਲੱਖ ਰੁਪਇਆ ਤਨਖਾਹ, 1 ਰੁਪਈਆ ਤਨਖਾਹ, ਮਾਫ ਕਰਨਾ, 1 ਰੁਪਈਆ ਤਨਖਾਹ। ਕੀ ਪੈਸਾ ਬਚ ਗਿਆ? 5-6 ਮੁਲਾਜ਼ਮ ਉਹਦੇ ਨਾਲ ਲੱਗ ਜਾਣੇ, 2 ਕੋਠੀਆਂ ਨੇ, ਚਪੜਾਸੀ ਵੀ ਹੋਣਗੇ, ਸਟੇਟ ਟਰਾਂਸਪੋਰਟ ਕਮਿਸ਼ਨਰ ਗੱਡੀ ਵੀ ਦਊ, ਪਾਇਲਟ ਵੀ ਚੱਲੂ, ਪੁਲਿਸ ਵਾਲੇ ਵੀ ਲੱਗਣਗੇ। ਕਿੰਨਾ ਖਰਚਾ ਬਣ ਗਿਆ ਜੀ। ਹੋਰ ਕਿੰਨੇ ਕੰਮ ਨੇ ਸਰਕਾਰਾਂ 'ਚ ਜਿੱਥੇ ਖਰਚਾ ਅੰਨ੍ਹੇਵਾਹ ਉੜਿਆ ਜਾ ਰਿਹਾ ਹੈ ਜੀ, ਖਰਚਾ ਅੰਨ੍ਹੇਵਾਹ ਉੜਿਆ ਜਾ ਰਿਹਾ। ਮੈਂ ਕਿੰਨੇ ਮੰਤਰੀ ਨੇ ਸਾਡੇ, ਕਿੰਨੇ ਐਮਐਲਏ ਨੇ, ਤੁਸੀਂ ਦੱਸੋ ਇਹਨਾਂ ਨੂੰ ਕਿਹਦੇ ਤੋਂ ਖਤਰਾ ਹੈ ਜੀ? ਮੈਨੂੰ ਕਿਹਦੇ ਤੋਂ ਖਤਰਾ? ਮੈਂ ਤਾਂ ਬਿਨਾਂ ਕਿਸੇ ਗਨਮੈਨ ਤੋਂ ਜਾਣਾ। 4-4 5-5 6-6 ਗਨਮੈਨ, ਅੱਗੇ ਗੱਡੀ ਭਰੀ ਹੁੰਦੀ, ਪਿੱਛੇ ਗੱਡੀ ਭਰੀ ਹੁੰਦੀ ਹੈ, ਹੂਟਰ ਮਾਰਦੇ ਸੜਕਾਂ ਤੇ ਉੱਡੇ ਫਿਰਦੇ ਜੀ ਮੰਤਰੀ। ਕਿਹੜਾ ਖਤਰਾ ਹੈ ਜੀ? ਦੱਸੋ ਕਿੰਨਾ ਕੁ ਖਤਰਾ ਹੈ ਜੀ। ਤੇ ਬੜੀ ਹੈਰਾਨੀ ਵਾਲੀ ਗੱਲ ਹੈ, ਜਦੋਂ ਮੰਤਰੀ ਨਹੀਂ ਰਹਿੰਦੇ ਉਦੋਂ ਵੀ 3-4 ਗਨਮੈਨ ਲਈ ਫਿਰਦੇ, ਕਿਤੇ ਨਾ ਕਿਤੇ ਜੁਗਾੜ ਕਰ ਲੈਂਦੇ ਕਈ ਤਾਂ ਜੀ। ਕਹਿੰਦੇ ਹਜੇ ਵੀ ਖਤਰਾ ਹੈ। ਤੇ ਖਰਚੇ ਤਾਂ ਆਪ ਹੀ ਵਧਨੇ ਆ ਜੀ, ਹੈ ਜੀ। ਜੇ ਘਸੇ ਹੋਏ ਟਾਇਰ ਨੂੰ ਬਦਲਾਂਗੇ ਨਹੀਂ ਤੇ ਉਹਨੇ ਤਾਂ ਰੋਜ਼ ਪੈਂਚਰ ਹੋਣਾ ਜੀ, ਭਾਵੇਂ ਸਕੂਟਰ ਦਾ ਭਾਵੇਂ ਕਾਰ ਦਾ। ਸੋ ਵਿਵਸਥਾ ਬਦਲਣ ਦੀ ਜ਼ਰੂਰਤ ਹੈ। ਹੁਣ ਪੈਸਾ ਕਿੱਥੋਂ ਆਊਗਾ? ਪੈਸਾ ਜਾ ਕਿੱਥੇ ਰਿਹਾ? ਸ਼ਰਾਬ ਦੇਖ ਲਓ, ਸ਼ਰਾਬ 'ਚ ਮਾਫੀਆ, ਪੰਜਾਬ 'ਚ ਕਿੰਨੀਆਂ ਚੀਜ਼ਾਂ 'ਚ ਮਾਫੀਆ, ਕੇਬਲ ਦੇ ਰੂਪ 'ਚ ਵੀ ਕਹਿੰਦੇ ਮਾਫੀਆ। ਉਹਦੀ ਕਿਸੇ ਨੇ ਖੋਜ ਹੀ ਨਹੀਂ ਕੀਤੀ ਵੀ ਹੈਗਾ ਜਾਂ ਨਹੀਂ ਹੈਗਾ, ਉਹ ਉਵੇਂ ਹੀ ਤੁਰਿਆ ਫਿਰਦਾ ਕੰਮ ਜਾ। ਕੈਪਟਨ ਸਾਹਿਬ ਵੀ ਕਹਿੰਦੇ ਸੀ ਨਾ ਵੀ ਮੈਂ ਆ ਗਿਆ ਤਾਂ ਸਾਰੇ ਮਾਫੀਏ ਮੁਕਾ ਦੂੰ। ਇਹਦੇ ਤੇ ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਕਹਿ ਦੇਣ ਇੱਕ ਵਾਰੀ ਵੀ ਮੈਂ ਸਾਰੇ ਮਾਫੀਏ ਖਤਮ ਕਰਤੇ, ਉਹ ਪਏ ਮੂੰਹ ਦੇ ਪਾਏ। ਬਰਗਾੜੀ ਦੇ ਮਸਲੇ ਨਹੀਂ ਹੱਲ ਹੋਏ, ਘਰ ਘਰ ਨੌਕਰੀ ਹੈ ਜੀ। ਘਰ ਘਰ ਨੌਕਰੀ ਕਿੱਦਾਂ ਮੁਫਤ 'ਚ ਆਉਣੀ ਸੀ ਗਗਨ? ਕਿੱਡੀ ਵੱਡੀ ਗੱਲ ਕੀਤੀ ਸੀ ਵੀ ਘਰ ਘਰ ਨੌਕਰੀ ਦੇਵਾਂਗੇ, ਮੁਫਤ 'ਚ ਆਉਣੀ ਸੀ ਘਰ ਘਰ ਨੌਕਰੀ, ਆਈ ਨਹੀਂ। ਸ਼ਰਾਬ ਮਾਫੀਆ ਕਿਵੇਂ ਨੋਟ ਕਮਾਈ ਜਾਂਦਾ। ਰੇਤ ਮਾਫੀਆ ਦੇਖ ਲਓ, ਜਿਹੜੇ ਲੋਕ ਰੇਤ ਮਾਫੀਆ 'ਚ ਲੱਗੇ ਨੇ ਨਾ ਜੀ, ਹਰ 6 ਮਹੀਨੇ ਬਾਅਦ ਉਹਨਾਂ ਦੀ ਗੱਡੀ ਦੇ ਟਾਇਰ ਚੌੜੇ ਹੋ ਜਾਂਦੇ ਜੀ। ਗੱਡੀ ਵੱਡੀ ਹੋ ਜਾਂਦੀ, ਗੱਡੀ ਨਹੀਂ ਉੱਡੀ ਰਹਿੰਦੀ। ਛੋਟੀ ਗੱਡੀ 'ਚ ਚੌੜੇ ਟਾਇਰ ਕਿੱਥੋਂ ਪੈਣੇ ਆ ਜੀ? ਉਹ ਗੱਡੀ ਦਾ ਸਾਈਜ਼ ਵਧਾ ਦਿੰਦੇ। ਫਿਰ ਉਹਨਾਂ ਕੋਲੇ ਰਫਲਾਂ, ਅਸਲੇ, ਉਹ ਛੋਟੇ ਛੋਟੇ ਪਿਸਤੌਲ ਹੁੰਦੇ ਸੀ ਪਹਿਲਾਂ, ਫਿਰ ਉਹ ਬੰਦੇ ਰੱਖਣ ਲੱਗ ਗਏ, ਵੱਡੇ ਵੱਡੇ ਹਥਿਆਰ ਰੱਖਣ ਲੱਗ ਗਏ। ਇਹੋ ਜਿਹਾ ਕੁਝ ਕਿਉਂ ਹੋ ਰਿਹਾ? ਇਹ ਕੁਝ, ਇਹ ਸਾਰੇ ਕਾਸੇ ਦੀ ਜ਼ਰੂਰਤ ਕਿਉਂ ਹੈ? ਵਿੱਤੀ ਪ੍ਰਬੰਧ ਸੁਖਾਲਾ ਬਣਾਉਣ ਦੀ ਜ਼ਰੂਰਤ ਹੈ। ਵਿੱਤੀ ਪ੍ਰਬੰਧ ਸੁਖਾਲਾ ਬਣਾਉਣ ਦੀ ਜ਼ਰੂਰਤ ਹੈ। ਰੇਤਾ ਸਰਕਾਰੀ ਤੌਰ ਤੇ ਵਿਕੇ, ਸਰਕਾਰ ਦੇ ਖਜ਼ਾਨੇ 'ਚ ਪੈਸੇ ਆਉਣਗੇ। ਸ਼ਰਾਬ ਹੈ ਸਰਕਾਰੀ ਤੌਰ ਤੇ ਵਿਕੇ, ਚੋਰੀ ਰੁਕੂਗੀ, ਸਰਕਾਰ ਦੇ ਖਜ਼ਾਨੇ 'ਚ ਪੈਸੇ ਆਉਣਗੇ। ਜਿੰਨੀ ਕਰਪਸ਼ਨ ਹੈ ਸਰਕਾਰੀ ਮਹਿਕਮਿਆਂ 'ਚ, ਉਹਨੂੰ ਸੰਗਠਿਤ ਕੀਤਾ ਜਾਵੇ। ਮੈਨੂੰ ਕਈ ਅਫਸਰ ਦੱਸਦੇ ਆ, ਕਹਿੰਦੇ ਅਸੀਂ, ਸਾਡੇ ਬੰਦੇ ਨਹੀਂ ਪੈਸੇ ਮੰਗਦੇ, ਕਹਿੰਦੇ ਬਹੁਤ ਸਾਰੇ ਲੋਕ ਹੀ ਅਜਿਹੇ ਨੇ ਜਿਹੜੇ ਸੇਵਾ ਪਾਣੀ ਦੇ ਨਾਂ ਤੇ ਪੈਸੇ ਦੇ ਜਾਂਦੇ, ਤੇ ਸਰਕਾਰ ਉਸ ਸੇਵਾ ਪਾਣੀ ਨੂੰ ਲੀਗਲ ਕਰ ਦੇ ਨਾ, ਤੈਅ ਕਰਦੇ ਕੰਮਾਂ ਦੀ ਗਿਣਤੀ ਵੀ ਤੁਸੀਂ ਜਲਦੀ ਕਰਾਉਣਾ ਹੈ ਤੇ ਤੁਸੀਂ ਸਰਕਾਰੀ ਸੇਵਾ ਪਾਣੀ ਸਰਕਾਰ ਨੂੰ ਹੀ ਜਮ੍ਹਾਂ ਕਰਾ ਦਿਓ, ਜਿਹੜੀ ਤੁਸੀਂ ਕਿਸੇ ਅਫਸਰ ਦੇ ਜੇਬ 'ਚ ਪਾਉਣੀ ਧੱਕੇ ਨਾ ਹੈ ਜੀ। ਇਹ ਕਹਿ ਕੇ ਵੀ ਮੂੰਹ ਮਿੱਠਾ ਕਰਾਉਣਾ ਜੀ ਤੁਹਾਡਾ, ਸਰਕਾਰ ਦਾ ਮੂੰਹ ਮਿੱਠਾ ਕਰਾ ਦਿਓ ਪਰਚੀ ਕਟਾ ਕੇ, ਸੇਵਾ ਸ਼ੁਲਕ ਲਾ ਦਿਓ। ਬਹੁਤ ਸਾਰੇ ਕੰਮ ਨੇ ਜਿਨ੍ਹਾਂ ਤੇ ਸਰਕਾਰ ਪੈਸੇ ਲੈ ਸਕਦੀ ਹੈ। ਜਿਹੜੇ ਲੋਕ ਜਲਦੀ ਕਰਾਉਣਾ ਚਾਹੁੰਦੇ ਨੇ ਵੀ ਸਾਨੂੰ ਖੜੇ ਪੈਰ ਕਰੋ ਜੀ, ਜਿਵੇਂ ਪੂਛ ਨੂੰ ਅੱਗ ਲੱਗੀ ਹੁੰਦੀ, ਕਹਾਵਤ ਹੈ ਨਾ ਵੀ ਮੈਂ ਆ ਗਿਆ ਜੀ ਦਫ਼ਤਰ 'ਚ। ਮੈਂ ਦੇਖਦਾ ਕਈ ਲੋਕ ਅਫਸਰਾਂ ਦੇ ਕਮਰਿਆਂ 'ਚ ਜਾਂਦੇ ਨੇ ਵੀ ਕਰਾ ਕੇ ਲੈ ਕੇ ਜਾਣਾ ਜੀ ਸ਼ਾਮ ਨੂੰ। ਉਹ ਪਿੰਡੋਂ ਆਏ ਬਜ਼ੁਰਗ ਵਿਚਾਰੇ ਸਵੇਰ ਤੋਂ ਸ਼ਾਮ ਤੱਕ ਉਵੇਂ ਮੁੜ ਜਾਂਦੇ ਨੇ, ਕਹਿੰਦੇ ਵਾਰੀ ਨਹੀਂ ਆਈ ਅੱਜ। ਬਿਲਕੁਲ, ਉਹ ਸਿਫਾਰਿਸ਼ ਵਾਲਾ ਕਰਾ ਜਾਂਦਾ ਆ ਕੇ, ਉਹ ਬਾਅਦ 'ਚ ਫਿਰ ਸੇਵਾ ਪਾਣੀ ਵੀ ਕਰਦਾ, ਕਹਿੰਦਾ ਜੀ ਮੈਂ ਮੂੰਹ ਮਿੱਠਾ ਕਰਾਉਣਾ, ਮੇਰਾ 1 ਦਿਨ 'ਚ ਹੀ ਕੰਮ ਕਰਤਾ ਤੁਸੀਂ ਅਫਸਰ। ਬਿਲਕੁਲ, ਉਹ ਸਰਕਾਰ ਉਹ ਮੋਰੀ ਬੰਦ ਕਰੇ ਵੀ ਜਿਹਨੇ 1 ਦਿਨ 2 ਦਿਨ 5 ਦਿਨਾਂ 'ਚ ਕੰਮ ਕਰਾਉਣਾ ਭਾਈ ਆਪਣੀ ਫੀਸ ਜਮ੍ਹਾਂ ਕਰਾਓ। ਜਿਹੜੇ ਸਾਡੇ ਵਰਗੇ ਸਧਾਰਨ ਹੈ, ਜਿਹੜੇ ਕਹਿੰਦੇ ਕੋਈ ਨਹੀਂ 7 ਦਿਨਾਂ 'ਚ ਹੀ ਕਰ ਦਿਓ, ਉਹ ਸਧਾਰਨ ਕੋਟੇ 'ਚ ਹੋਈ ਜਾਣ ਕੰਮ। ਪਰ ਹੁਣੇ ਉਹ ਵੀ ਚਾਹੀਦੇ ਨੇ, ਇਹ ਨਹੀਂ ਵੀ ਸਧਾਰਨ ਕੋਟੇ ਵਾਲੇ ਰੱਖੋ ਵੀ ਇਹ ਵੀ ਮੂੰਹ ਮਿੱਠਾ ਕਰਾ ਕੇ ਜਾਣਗੇ ਸਰਕਾਰ ਦਾ। ਸੋ ਸਰਕਾਰੀ ਵਿਵਸਥਾ ਬਣਾਉਣ ਦੀ ਜ਼ਰੂਰਤ ਹੈ। ਸਰਕਾਰ ਕੋਲੇ ਪਹਿਲਾਂ ਹੀ ਬੜੇ ਸਾਧਨ ਨੇ ਪੈਸੇ ਆਉਣ ਦੇ, ਚਲੋ ਨਵੇਂ ਸਾਧਨ ਨਾ ਲਾਓ, ਜਿਹੜੇ ਪਹਿਲੇ ਸਾਧਨ ਨੇ ਉਹਨਾਂ ਦੀ ਸਰਕਾਰ ਚੰਗੀ ਵਰਤੋਂ ਕਰ ਲੇ ਜੀ, ਹੈ ਜੀ। ਸੁੱਖ ਸਹੂਲਤਾਂ ਜਿਹੜੀਆਂ ਫਾਲਤੂ ਦੀਆਂ ਸੁੱਖ ਸਹੂਲਤਾਂ ਨੇ ਉਹ ਘਟਾ ਦਿੱਤੀਆਂ ਜਾਣ। ਆ ਕਿੰਨੇ ਸਰਕਾਰ ਕੋਲੇ ਕਮਰੇ ਪਏ ਨੇ ਗਗਨ, ਆ ਸਰਕਾਰ ਆ ਪੀਜੀ ਵਾਲੇ ਮੁੰਡਿਆਂ ਨੂੰ ਹੀ 5-5 ਹਜ਼ਾਰ 'ਚ ਦੇਈ ਜਾਵੇ ਨਾ ਇਕੱਲੇ ਕਮਰੇ, ਤਾਂ ਸਰਕਾਰ ਕੋਲੇ ਕਿੰਨਾ ਪੈਸਾ ਇਕੱਠਾ ਹੋ ਜਾਣਾ। ਬਿਲਕੁਲ,
ਤੁਸੀਂ ਦੇਖੋ ਇੱਕ ਗੱਲ ਸਮਝੋ, ਸਾਡੇ ਬਹੁਤ ਸਾਰੇ ਲੀਡਰ ਨੇ, ਉਹਨਾਂ ਦੇ ਆਪਣੇ ਕੰਮ ਤਾਂ ਚੱਲੀ ਜਾਂਦੇ ਨੇ, ਸਰਕਾਰ ਦਾ ਕਿਉਂ ਨਹੀਂ ਚੱਲਦਾ? ਜੀ ਉਹਨਾਂ ਦੇ ਆਪਣੇ ਕੰਮ ਚੱਲੀ ਜਾਂਦੇ ਨੇ, ਸਰਕਾਰ ਦਾ ਨਹੀਂ ਚੱਲਦਾ, ਜਦ ਕਿ ਸਰਕਾਰ ਉਹ ਚਲਾ ਰਹੇ ਨੇ। ਬਹੁਤ ਸਾਰੇ ਮੰਤਰੀ ਨੇ, ਲੀਡਰ ਨੇ, ਐਮਐਲਏ ਨੇ, ਉਹਨਾਂ ਦੇ ਆਪਣੇ ਕਾਰੋਬਾਰ ਵੀ ਨੇ ਤੇ ਉਹ ਸਰਕਾਰ ਵੀ ਚਲਾਉਂਦੇ ਨੇ, ਪਰ ਉਹਨਾਂ ਤੋਂ ਸਰਕਾਰ ਨਹੀਂ ਚੱਲਦੀ, ਆਪਣੇ ਕਾਰੋਬਾਰ ਚੱਲੀ ਜਾਂਦੇ ਨੇ। ਕਈਆਂ ਦੀਆਂ ਬੱਸਾਂ ਚੱਲੀ ਜਾਂਦੀਆਂ ਨੇ, ਕਈਆਂ ਦੇ ਹੋਟਲ ਚੱਲੀ ਜਾਂਦੇ ਨੇ, ਕਈਆਂ ਦੀਆਂ ਭਾਈਵਾਲੀ 'ਚ ਵਿਆਜ ਵਾਲੀਆਂ ਕੰਪਨੀਆਂ ਚੱਲੀ ਜਾਂਦੀਆਂ ਨੇ। ਦੇਖੋ ਪੈਸੇ ਹੀ ਵਿਆਜ ਤੇ ਦੇਈ ਜਾਂਦੇ, ਮੈਂ ਦੇਖਿਆ ਕਈ ਲੀਡਰ ਦੀ, ਕਈ ਲੀਡਰ ਪੈਸੇ ਹੀ ਵਿਆਜ ਤੇ ਦੇਈ ਜਾਂਦੇ ਨੇ, ਹਾਲਾਂਕਿ ਉਹ ਮੈਨੂੰ ਲੱਗਦਾ ਆਰਗੇਨਾਈਜ਼ਡ ਕੰਮ ਨਹੀਂ, ਸੰਗਠਿਤ ਕੰਮ ਨਹੀਂ। ਮਤਲਬ ਇੰਨੇ ਖਰਚੇ ਅਜਿਹੇ ਹੁੰਦੇ ਨੇ ਸਾਡੇ ਸਿਸਟਮ 'ਚ, ਉਹਨੂੰ ਦੁਰਸਤ ਕਰ ਦਿਓ ਤੇ ਫਿਰ ਕੀ ਦਿੱਕਤ ਹੈ ਕਿਸਾਨਾਂ ਨੂੰ ਸਬਜ਼ੀਆਂ ਦੀ MSP ਦੇਣ ਦੀ? ਦੇਖੋ ਆ ਦਾਲ ਚੌਲ, ਕਿੰਨਾ ਕੁਝ ਸਾਡੇ ਸੂਬੇ 'ਚ, ਕਿੰਨਾ ਕੁਝ ਸਾਡੇ ਸੂਬੇ 'ਚ ਬਾਹਰੋਂ ਆਉਂਦਾ ਹੈ, ਉਹਦੇ ਤੇ ਵੀ ਖਰਚਾ ਹੀ ਹੁੰਦਾ। ਬਿਲਕੁਲ। ਆਪਣਾ ਪਕਾ ਕੇ ਅਸੀਂ ਆਪ ਖਾ ਲਈਏ, ਆਪਣੀ ਪੈਦਾ ਕਰਕੇ। ਦੇਖੋ ਅਸਲ 'ਚ ਤਾਂ ਇਸ ਪਾਸੇ ਸਾਨੂੰ ਸੋਚਣਾ ਪੈਣਾ ਗਗਨਦੀਪ। ਜੀ ਅੱਜ ਨਹੀਂ ਸੋਚਾਂਗੇ, 2 ਸਾਲ ਬਾਅਦ ਸੋਚਾਂਗੇ, 4 ਸਾਲ ਬਾਅਦ ਸੋਚਾਂਗੇ, 5 ਸਾਲ ਬਾਅਦ ਸੋਚਾਂਗੇ। ਫੂਡ ਕਾਰਪੋਰੇਸ਼ਨ ਆਫ ਇੰਡੀਆ ਘਾਟੇ 'ਚ ਆਈ ਜਾਂਦੀ, ਕਿੰਨੇ ਕੁ ਦਿਨ ਲੋਡ ਚੱਕ ਲੂ ਜੀ ਫੂਡ ਕਾਰਪੋਰੇਸ਼ਨ ਆਫ ਇੰਡੀਆ? ਜੀ ਹੈ ਗਗਨ, ਸਰਕਾਰ ਇਸ ਪੋਜੀਸ਼ਨ 'ਚ ਨਹੀਂ ਹੈ ਕਿ ਪੈਟਰੋਲ ਡੀਜ਼ਲ ਸਸਤਾ ਵੇਚ ਦੇ। ਸਰਕਾਰ ਇਸ ਪੋਜੀਸ਼ਨ 'ਚ ਨਹੀਂ ਹੈ, ਉਹ ਕਹਿੰਦੇ ਸਾਡੇ ਕੋਲੇ ਹੋਰ ਕੋਈ ਸਾਧਨ ਨਹੀਂ। ਫਿਰ ਅਸੀਂ ਇਹ ਕਿਵੇਂ ਸੋਚ ਲਾਂਗੇ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਰਹਿੰਦੀ ਦੁਨੀਆ ਤੱਕ ਫਸਲਾਂ ਖਰੀਦੀ ਜਾਊ? ਹੱਥ ਖੜੇ ਹੋ ਜਾਣੇ ਉਹਨਾਂ ਦੇ ਵੀ ਛੇਤੀ। ਬਿਲਕੁਲ। ਵੱਡੇ ਵੱਡੇ ਭਲਵਾਨ ਟਹਿ ਜਾਂਦੇ ਉਮਰ ਨਾਲ, ਹੈ ਜੀ, ਕਿਸੇ ਨੂੰ ਰਿਟਾਇਰਮੈਂਟ ਲੈਣੀ ਪੈਂਦੀ ਹੈ ਉਮਰ ਨਾਲ। ਸੋ ਇਸ ਕਰਕੇ ਜਿਹੜੀਆਂ ਸਿੱਧੂ ਦੀਆਂ ਗੱਲਾਂ ਨੇ, ਗੱਲ ਤਾਂ ਉਹਨਾਂ ਦੀ ਵਿਉਂਤਬੰਦੀ ਬਣਾਉਣ ਦੀ ਹੈ। ਜੇ ਸਾਡੇ ਮੁਲਕ 'ਚ ਪਾਣੀ ਵਿਕ ਸਕਦਾ ਹੈ, ਪਾਣੀ ਵਿਕ ਸਕਦਾ ਹੈ, ਤੇ ਪੰਜਾਬ ਦਾ ਮਾਈਨਿੰਗ ਵਾਲਾ ਰੇਤਾ ਨਹੀਂ ਵਿਕ ਸਕਦਾ ਗਗਨ? ਦੇਖੋ ਬਿਲਕੁਲ। ਅਸੀਂ ਕੋਲਾ ਕਿਹੜਾ ਮੁਫਤ 'ਚ ਲਿਆਉਂਦੇ ਆ, ਪੈਸੇ ਦਿੰਦੇ ਆ। ਆ ਪਿੱਛੇ ਰੇਲਵੇ ਵਾਲਿਆਂ ਨੇ ਜਦੋਂ ਗੱਡੀਆਂ ਬੰਦ ਕਰਤੀਆਂ ਸੀ, ਸਾਨੂੰ ਯੂਰੀਆ ਦੀ ਲੋੜ ਸੀ, ਹਰਿਆਣੇ ਵਾਲੇ ਨੇ ਯੂਰੀਆ ਨਹੀਂ ਆਣ ਦਿੱਤੀ ਪੰਜਾਬ, ਕਹਿੰਦੇ ਪਰਚੇ ਦੇਵਾਂਗੇ। ਅਸੀਂ ਆਪਣੇ ਪ੍ਰਬੰਧ ਕਿਉਂ ਨਹੀਂ ਕਰਦੇ? ਕਿੰਨੀ ਅਸੀਂ ਸੂਰਜਮੁਖੀ ਬੀਜ ਕੇ ਤੇਲ ਪੈਦਾ ਕਰ ਲਈਏ। ਅਸੀਂ ਸਬਜ਼ੀਆਂ ਬਰਮਿੰਗਮ ਟੋਰਾਂਟੋ ਤੱਕ, ਸਿੱਧੂ ਕਹਿੰਦਾ ਸੀ ਨਾ ਵੀ ਜਦੋਂ ਫਲਾਈਟਾਂ ਚਲਾਈਆਂ ਅੰਮ੍ਰਿਤਸਰੋਂ ਅਸੀਂ ਭੇਜਦੇ ਸੀ, ਮੁੜ ਕੇ ਬੰਦ ਹੋ ਗਈਆਂ। ਜੀ ਇਹ ਵਿਵਸਥਾ ਬਣਾਉਣ ਦੀ ਲੋੜ ਹੈ। ਅਸਲ 'ਚ ਸਾਨੂੰ ਹਕੀਕਤ 'ਚ ਇਹ ਸਮਝਣ ਦੀ ਲੋੜ ਹੈ ਕਿ ਸਾਡੀ ਸੂਬੇ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਮੰਨਦੇ ਹੋਏ ਫਸਲਾਂ ਦੇ ਲਈ ਪ੍ਰਬੰਧ ਬਣਾਵੇ। ਸਿੱਧੂ ਨੇ ਉਹੀ ਗੱਲਾਂ ਕੀਤੀਆਂ ਨੇ। ਸਿੱਧੂ ਨੇ ਕੋਈ ਸਰਕਾਰ ਦੇ ਖਿਲਾਫ ਗੱਲ ਨਹੀਂ ਕੀਤੀ। ਸਿੱਧੂ ਕਹਿੰਦਾ ਸੂਬਾ ਕਾਨੂੰਨ ਬਣਾ ਸਕਦਾ, ਸੂਬਾ ਕਾਨੂੰਨ ਬਣਾਵੇ। ਜਦੋਂ ਕਾਨੂੰਨ ਬਣੂਗਾ ਤੇ ਸੂਬਾ ਫਾਲਤੂ ਖਰਚੇ ਘਟਾਵੇ, ਕਿਸਾਨਾਂ ਦੀਆਂ ਫਸਲਾਂ ਚੱਕੇ, ਤੇ ਜਦੋਂ ਸੂਬਾ ਫਸਲਾਂ ਚੱਕੂਗਾ ਕਾਨੂੰਨ ਬਣਾ ਕੇ ਜਾਂ ਪ੍ਰਬੰਧ ਕਰਾਊਗਾ, ਉਹਦੇ 'ਚ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਇਹ ਨਹੀਂ ਹੈਗੀ ਵੀ ਮੁੱਖ ਮੰਤਰੀ ਸਾਰਾ ਦਿਨ ਫਸਲਾਂ ਦੀ ਰਾਖੀ ਤੇ ਬੈਠੂਗਾ, ਵੀ ਪਿਆਜ਼ ਦੀ ਢੇਰੀ ਦੁਆਲੇ ਬੈਠਾ ਰਹੂਗਾ ਮੁੱਖ ਮੰਤਰੀ, ਜਾਂ ਆਲੂਆਂ ਦੀ ਢੇਰੀ ਦੁਆਲੇ ਬੈਠਾ ਰਹੂਗਾ ਮੁੱਖ ਮੰਤਰੀ। ਮੁੱਖ ਮੰਤਰੀ ਨੇ ਉੱਥੇ ਹੀ ਬਹਿਣਾ ਜਿੱਥੇ ਮੁੱਖ ਮੰਤਰੀ ਪਹਿਲਾਂ ਬਹਿੰਦਾ, ਜਾਂ ਸਮੇਂ-ਸਮੇਂ ਦੇ ਮੁੱਖ ਮੰਤਰੀ ਜਿਵੇਂ ਆਪਣਾ ਕੰਮ ਕਰਦੇ ਨੇ, ਉਹਨਾਂ ਦੇ ਕੰਮ ਉਵੇਂ ਹੀ ਚੱਲਦੇ ਰਹਿਣੇ ਨੇ। ਗੱਲ ਹੈ ਇੱਕ ਪ੍ਰਬੰਧਕੀ ਢਾਂਚਾ ਬਣਾਉਣ ਦੀ ਲੋੜ ਹੈ, ਔਰ ਸਾਡੇ ਕੋਲੇ ਬਹੁਤ ਵੱਡਾ ਪ੍ਰਬੰਧਕੀ ਢਾਂਚਾ, ਅਸੀਂ ਉਹਨੂੰ ਵਰਤ ਨਹੀਂ ਰਹੇ। ਬਸ ਫਰਕ ਇੰਨਾ ਹੈ ਕਿ ਸੂਬੇ ਦੇ ਵਿੱਚ ਉਸ ਵਿਅਕਤੀ ਨੂੰ ਜ਼ਿੰਮੇਵਾਰੀ ਦੇਣ ਦੀ ਜ਼ਰੂਰਤ ਹੈ ਜਿਹੜਾ ਵਿਅਕਤੀ ਇਸ ਕੰਮ ਨੂੰ ਕਰ ਸਕੇ। ਜੇ ਕੇਂਦਰ ਦੀ ਸਰਕਾਰ ਫਸਲਾਂ ਚੱਕ ਸਕਦੀ ਹੈ ਤਾਂ ਸੂਬਾ ਕਿਉਂ ਨਹੀਂ ਚੱਕ ਸਕਦਾ? ਕੇਂਦਰ ਨੇ ਪੂਰੇ ਮੁਲਕ 'ਚੋਂ ਚੱਕਣੀ ਹੈ, ਸੂਬੇ ਨੇ ਤਾਂ ਆਪਣੇ ਸੂਬੇ 'ਚੋਂ ਹੀ ਚੱਕਣੀ ਹੈ ਜੀ। ਉਹਦੀ ਮਾਰਕੀਟਿੰਗ ਦਾ ਪ੍ਰਬੰਧ ਕਰੋ। ਸੋ ਨਵਜੋਤ ਸਿੰਘ ਸਿੱਧੂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ, ਉਹ ਕੋਈ ਜੱਗੋਂ 13ਵੀਆਂ ਗੱਲਾਂ ਨਹੀਂ। ਉਹ ਗੱਲਾਂ ਮਹਿਸੂਸ ਬਹੁਤ ਲੋਕ ਕਰਦੇ ਨੇ, ਲੇਕਿਨ ਉਹਨਾਂ 'ਚ ਮਾਦਾ ਨਹੀਂ, ਜਿਗਰਾ ਨਹੀਂ ਵੀ ਅਸੀਂ ਇਹ ਗੱਲਾਂ ਅਮਲ 'ਚ ਲਿਆ ਦਈਏ। ਸਿੱਧੂ ਨੇ ਕਿੰਨੀ ਵਾਰੀ ਉਦਾਹਰਨਾਂ ਦਿੱਤੀਆਂ ਨੇ ਕਈ ਸੂਬਿਆਂ ਦੀਆਂ। ਉਹ ਸ਼ਰਾਬ ਤੋਂ ਸੂਬੇ ਕਿੰਨਾ ਪੈਸਾ ਕਮਾਈ ਜਾਂਦੇ ਨੇ, ਰੇਤੇ ਤੋਂ ਕਿੰਨਾ ਪੈਸਾ ਕਮਾਈ ਜਾਂਦੇ ਨੇ। ਸਾਡਾ ਸੂਬਾ ਨਹੀਂ ਕਮਾ ਪਾ ਰਿਹਾ। ਅਸੀਂ ਮਿੱਟੀ ਤੋਂ ਵੀ ਪੈਸਾ ਕਮਾ ਸਕਦੇ ਹਾਂ। ਸਾਡੇ ਤੋਂ ਕਮਾਉਣ ਵਾਲੇ ਸਮਰਸੀਬਲ ਪੰਪ ਵੇਚ ਕੇ ਹੀ ਕਮਾ ਗਏ ਪੰਜਾਬ ਤੋਂ। ਬਿਲਕੁਲ। ਮੈਂ ਸੁਣ ਰਿਹਾ ਸੀ ਸਿੱਧੂ ਦੀ ਸਪੀਚ, ਕਹਿੰਦਾ 1 ਕਿਲੋ ਚੌਲ ਲਈ 5000 ਲੀਟਰ ਪਾਣੀ, ਇਹੋ ਜਿਹੀ ਗੱਲ ਕਰ ਰਹੇ ਸੀ, ਜਾਂ 5000 ਦਾ ਪਾਣੀ।
ਮੈਨੂੰ ਆંકੜਾ ਪੂਰਾ ਯਾਦ ਨਹੀਂ, ਪਰ ਦੇਖੋ ਕਿੱਡੀ ਹੈਰਾਨੀ ਵਾਲੀ ਗੱਲ ਹੈ। ਚੌਲ ਦਾ ਮੁੱਲ ਦੇਖ ਲਓ, ਸਧਾਰਨ ਤੌਰ ਤੇ ਜੇ ਪੈਕਟ ਵੀ ਲੈਣ ਜਾਓ ਬਾਜ਼ਾਰ ਕਿਲੋ ਚੌਲ ਦਾ, ਮੈਨੂੰ ਲੱਗਦਾ ਹੈ ਪਾਣੀ ਦੇ ਮੁਕਾਬਲੇ ਕਿੱਡਾ ਸਸਤਾ ਹੋਊ ਜੀ। ਸੋ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਨੂੰ ਸੁਣਨਾ ਚਾਹੀਦਾ ਇਹਨਾਂ ਨੂੰ, ਔਰ ਸਰਕਾਰ ਨੂੰ ਅਮਲ 'ਚ ਲਿਆਉਣਾ ਚਾਹੀਦਾ, ਕੈਪਟਨ ਅਮਰਿੰਦਰ ਉਹਨਾਂ ਨੂੰ ਵੀ ਅਮਲ 'ਚ ਲਿਆਉਣਾ ਚਾਹੀਦਾ। ਪਰ ਇਹ ਜਿਗਰਾ ਸਿੱਧੂ ਦਾ ਦੇਖੋ ਕਿ ਭਾਵੇਂ ਉਹਦੀ ਨਾਰਾਜ਼ਗੀ ਰਹੀ, ਭਾਵੇਂ ਨਾਰਾਜ਼ਗੀ ਦੂਰ ਹੋ ਗਈ, ਉਹਨੇ ਆਪਣਾ ਅਸੂਲ ਨਹੀਂ ਛੱਡਿਆ। ਕੈਪਟਨ ਅਮਰਿੰਦਰ ਤੇ ਰਾਹੁਲ ਗਾਂਧੀ ਬੈਠੇ ਸੀ ਮੋਗੇ, ਉਹਨੇ ਉਹਦਾ ਉਦੋਂ ਵੀ ਇਹੀ ਸਟੈਂਡ ਸੀ ਜੀ। ਭਾਵੇਂ ਹਰੀਸ਼ ਰਾਵਤ ਨਾਲ ਸੋਨੀਆ ਗਾਂਧੀ ਦੇ ਲੈ ਗਿਆ ਸੀ ਮਿਲਾਨ, ਜਾਂ ਸੋਨੀਆ ਗਾਂਧੀ ਨੇ ਸਿੱਧੂ ਨੂੰ ਸਿੱਧਾ ਵੀ ਸਮਾਂ ਦਿੱਤਾ ਹੋਣਾ, ਪਰ ਗੱਲ ਸਿੱਧੂ ਦੀ ਅੱਜ ਫੇਰ ਉੱਥੇ ਹੀ ਖੜੀ ਹੈ। ਤੇ ਭਗਵੰਤ ਮਾਨ ਦਾ ਮੈਂ ਬਿਆਨ ਸੁਣਦਾ ਸੀ ਮੋਗੇ ਵਾਲਾ, ਕਹਿੰਦੇ ਬਿਜਲੀ ਮੰਤਰੀ ਬਣਾ ਰਿਹਾ ਕੈਪਟਨ ਸਿੱਧੂ, ਬਿਜਲੀ ਮੰਤਰੀ ਬਣ ਕੇ ਬਿਜਲੀ ਦੇ ਮੁੱਲ ਘਟਾਵੇ। ਜੀ। ਮਤਲਬ ਹੁਣ ਲੋਕ ਕਹਿੰਦੇ ਨੇ ਵੀ ਸਿੱਧੂ ਫਸਲਾਂ ਦੀ ਖੇਤੀਬਾੜੀ ਦੀ ਗੱਲ ਕਰਨ ਲੱਗ ਗਿਆ, ਵੀ ਇਹਨੂੰ ਬਿਜਲੀ ਵਾਲੇ ਪਾਸੇ ਤੋਰ ਦਿਓ। ਜੀ। ਸਾਡੇ ਲੋਕ ਵੀ ਕਈ ਵਾਰੀ ਨਾ, ਜਦੋਂ ਕੋਈ ਦੂਜਾ ਵਿਅਕਤੀ ਬਹੁਤ ਚੰਗੀ ਗੱਲ ਕਰਦਾ ਹੈ, ਉਹਦੀਆਂ ਕਮੀਆਂ, ਉਹਦੇ ਨੁਕਸ ਕੱਢਣ ਲੱਗ ਜਾਂਦੇ ਨੇ। ਅਸਲ 'ਚ ਉਹਨਾਂ ਦੇ ਆਪਣੇ ਪੈਰ ਭਾਰ ਨਹੀਂ ਚੱਲਦੇ। ਜੀ। ਸੋ ਭਗਵੰਤ ਮਾਨ ਕਾਬਲ ਹੈ, ਭਗਵੰਤ ਮਾਨ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਇਸ ਤਰੀਕੇ ਦੀ ਵਿਉਂਤਬੰਦੀ ਤੇ ਡਟ ਕੇ ਪਹਿਰਾ ਦੇਵੇ, ਡਟ ਕੇ ਪਹਿਰਾ ਦੇਵੇ। ਜੀ। ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਬਿਆਨ ਸੀ, ਜਦੋਂ ਤੱਕ ਤਾਂ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ ਨੂੰ ਆਪਣੇ ਬਲਬੂਤੇ ਦੇ ਉੱਤੇ ਕੁਝ ਕਰਨ ਦੀ ਗੱਲ ਕਹਿੰਦਾ ਰਿਹਾ, ਉੱਥੋਂ ਤੱਕ ਤਾਂ ਭਾਜਪਾ ਤੇ ਆਗੂ ਤਰੁਣ ਚੁੱਗ ਦਾ ਬਿਆਨ ਹੈ, ਉੱਥੋਂ ਤੱਕ ਤਾਂ ਉਹ ਸਹਿਮਤ ਨੇ। ਪਰ ਜਦੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਟਿੱਪਣੀ ਕਰਦੇ ਨੇ ਕਿ ਜੇਕਰ ਇਹ ਕਾਨੂੰਨ ਲਾਗੂ ਹੁੰਦੇ ਨੇ ਤਾਂ ਪੰਜਾਬ ਦੇ ਕਿਸਾਨਾਂ ਦਾ ਹੋਰ ਜਿਹੜੇ ਹਾਲਾਤ ਨੇ ਉਹ ਮਾੜੇ ਹੋ ਸਕਦੇ ਨੇ, ਤਾਂ ਉੱਥੇ ਆ ਕੇ ਉਹ ਕਹਿ ਦਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੇ ਕਾਨੂੰਨ ਨਹੀਂ ਪੜ੍ਹੇ, ਉਹਨਾਂ ਨੂੰ ਕਾਨੂੰਨ ਪੜ੍ਹਨੇ ਚਾਹੀਦੇ ਨੇ। ਸੋ ਇਹ ਦੋਹੇ ਪੱਖਾਂ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਕਿ ਜਦੋਂ ਤੱਕ ਤੁਸੀਂ ਪੰਜਾਬ ਸਰਕਾਰ ਦੀ ਗੱਲ ਕਰਦੇ ਹੋ ਉਦੋਂ ਤੱਕ ਭਾਜਪਾ ਸਹਿਮਤ, ਪਰ ਜਦੋਂ ਕਾਨੂੰਨਾਂ ਤੇ ਗੱਲ ਆ ਜਾਂਦੀ ਉੱਥੇ ਤੁਹਾਡੀ ਨਾ ਸਹਿਮਤੀ ਜਾ ਜਾਂਦੀ ਹੈ? ਫਿਰ ਨਹੀਂ ਦੇਖੋ, ਇਹ ਗਗਨ, ਇਹ ਸਿਆਸਤ ਹੈ ਜੀ। ਇਹ ਸਿਆਸਤ ਹੈ। ਜਦੋਂ ਤਾਂ ਉਹ ਕਹਿੰਦੇ ਨੇ ਕਿ ਸੂਬੇ ਨੂੰ ਆਪਣੇ ਕਾਨੂੰਨ ਲਾਗੂ ਕਰਨੇ ਚਾਹੀਦੇ ਨੇ, ਉਦੋਂ ਤਾਂ ਬੀਜੇਪੀ ਵਾਲੇ ਵੀ ਕਹਿੰਦੇ ਨੇ ਵੀ ਕੈਪਟਨ ਅਮਰਿੰਦਰ ਆਪਣੇ ਕਾਨੂੰਨ ਬਣਾਵੇ, ਫਸਲਾਂ ਚੱਕੇ। ਪਰ 10 ਸਾਲ ਅਕਾਲੀ ਦਲ ਤੇ ਬੀਜੇਪੀ ਵਾਲੇ ਪਹਿਲਾਂ ਵੀ ਰਹੇ ਨੇ ਨਾ। ਕਿਸਾਨਾਂ ਦੀਆਂ ਮੰਗਾਂ ਤਾਂ ਐਮਐਸਪੀ ਨਾਲ ਜੁੜੀਆਂ ਉਸ ਵੇਲੇ ਵੀ ਸੀ। ਉਸ ਵੇਲੇ ਅਕਾਲੀ ਬੀਜੇਪੀ ਵਾਲਿਆਂ ਨੇ ਸੂਬੇ ਦੇ ਕਾਨੂੰਨ ਕਿਉਂ ਨਹੀਂ ਬਣਾਏ? ਉਹ ਠੀਕ ਹੈ, ਕੇਂਦਰ ਦੀ ਜ਼ਿੰਮੇਵਾਰੀ ਹੈਗੀ ਹੈ, ਸਿੱਧੂ ਨੇ ਉਹ ਵੀ ਗੱਲ ਕੀਤੀ ਹੈ, ਮੈਂ ਵੀ ਕਹਿੰਦਾ, ਸਾਰੀ ਦੁਨੀਆ ਕਹਿੰਦੀ ਹੈ ਕੇਂਦਰ ਦੀ ਜ਼ਿੰਮੇਵਾਰੀ ਵੀ ਹੈ। ਕੇਂਦਰ ਨੇ ਵੀ ਜਿਹੜੀਆਂ ਫਸਲਾਂ ਚੱਕਣੀਆਂ ਨੇ ਗਗਨ, ਜੀ, ਕੇਂਦਰ ਦੀਆਂ ਸਰਕਾਰਾਂ ਕਿਹੜਾ ਆਪਣੀ ਜੇਬ 'ਚੋਂ ਚੱਕ ਰਹੀਆਂ ਨੇ? ਮੁਲਕ 'ਚੋਂ ਟੈਕਸ ਇਕੱਠੇ ਹੁੰਦੇ ਨੇ, ਪੰਜਾਬ 'ਚੋਂ ਟੈਕਸ ਇਕੱਠੇ ਹੁੰਦੇ ਨੇ, ਉਸ ਪੈਸੇ ਨੂੰ ਹੀ ਫਸਲਾਂ ਚੱਕਣ ਦੇ ਉੱਤੇ ਵਰਤਿਆ ਜਾਂਦਾ ਨਾ। ਨਾਲੇ ਕੇਂਦਰ ਨੇ ਕਿਹੜਾ ਸਾਰੀਆਂ ਫਸਲਾਂ ਚੱਕ ਕੇ ਮੁਫਤ ਵੇਚ ਦੇਣੀਆਂ ਗਗਨ? ਵੀ ਜੇ ਕੇਂਦਰ ਪੰਜਾਬ ਦਾ ਸਾਰਾ ਕਣਕ ਝੋਨਾ ਚੱਕਦਾ ਹੈ ਤੇ ਕੇਂਦਰ ਕਿਹੜਾ ਮੁਫਤ ਵੰਡਦਾ ਸਾਰਾ? ਜੀ। ਸੋ ਇੱਕ ਪ੍ਰਬੰਧ ਹੈ, ਇੱਕ ਵਿੱਤੀ ਪ੍ਰਬੰਧ ਹੈ, ਕਿਉਂਕਿ ਜਦੋਂ ਕੇਂਦਰ ਨੂੰ ਲੋੜ ਸੀ, ਜਦੋਂ ਦੇਸ਼ ਨੂੰ ਲੋੜ ਸੀ, ਉਦੋਂ ਪੰਜਾਬ ਸਿਰ ਟੀਚੇ ਦਿੱਤੇ ਗਏ। ਉਦੋਂ ਤਾਂ ਕੇਂਦਰ ਵਾਲੇ ਹੱਲਾਸ਼ੇਰੀ ਦਿੰਦੇ ਸੀ ਪੰਜਾਬੀਆਂ ਨੂੰ ਵੀ ਪੰਜਾਬ ਵਰਗਾ ਕਿਸਾਨ ਨਹੀਂ, ਪੰਜਾਬ ਵਰਗਾ ਸੂਬਾ ਨਹੀਂ, ਜਿੰਨੇ ਅਸੀਂ ਉਤਪਾਦਨ ਕਹਿੰਦੇ ਆ ਪੰਜਾਬੀ ਉਤਪਾਦਨ ਪੈਦਾ ਕਰ ਦਿੰਦੇ ਨੇ। ਤੇ ਅਮਰੀਕਾ ਅੱਗੇ ਗਰਦਨ ਉੱਚੀ ਕਰਨ ਲੱਗ ਗਿਆ ਭਾਰਤ, ਨਹੀਂ ਤਾਂ ਅਮਰੀਕਾ ਤੋਂ ਮੰਗਾਉਂਦਾ ਸੀ ਰਾਸ਼ਨ ਪਾਣੀ। ਸੋ ਜੋ ਪੰਜਾਬ ਦੇ ਕਿਸਾਨਾਂ ਨੇ ਲੋੜ ਵੇਲੇ ਕੀਤਾ, ਤੇ ਅੱਜ ਕਹਿ ਦੇਣਾ ਕਿ ਪੰਜਾਬ ਦੇ ਕਿਸਾਨ ਨੇ ਜਿਹੜੇ ਉਹ ਫਸਲੀ ਚੱਕਰ 'ਚ ਉਲਝ ਕੇ ਰਹਿ ਗਏ, ਕਣਕ ਝੋਨੇ 'ਚ ਉਲਝ ਕੇ ਰਹਿ ਗਏ, ਉਹ ਜ਼ਿੰਮੇਵਾਰੀ ਤਾਂ ਕਿਤੇ ਨਾ ਕਿਤੇ ਸਰਕਾਰਾਂ ਦੀ ਹੋਈ ਹੈ ਨਾ। ਸੋ ਇਸ ਕਰਕੇ ਇਹ ਬਹੁਤ ਗੰਭੀਰ ਵਿਸ਼ਾ ਗਗਨ, ਇਹ ਬਹੁਤ ਗੰਭੀਰ ਵਿਸ਼ਾ ਹੈ, ਔਰ ਕੈਪਟਨ ਅਮਰਿੰਦਰ ਨੂੰ ਇਸ ਪਾਸੇ ਸੋਚਣਾ ਚਾਹੀਦਾ। ਹਾਲਾਂਕਿ ਮੈਨੂੰ ਆਸ ਹੈ ਕਿ ਅੱਜ ਵੀ ਦੇਖੋ ਸੈਸ਼ਨ ਚੱਲਦਾ ਪਿਆ, ਅੱਜ ਵੀ ਸ਼ੁੱਕਰਵਾਰ ਹੈ, ਕੱਲ ਸ਼ਨੀਵਾਰ ਤਾਂ ਐਤਵਾਰ ਛੁੱਟੀ ਹੋ ਜਾਣੀ ਫਿਰ ਸੈਸ਼ਨ ਤੋਂ। ਅੱਜ ਸ਼ੁੱਕਰਵਾਰ ਨੂੰ ਅੱਜ ਦਿਨ ਹੈ, ਮੈਨੂੰ ਆਸ ਹੈ ਕਿ ਸਰਕਾਰ ਫਿਰ ਸੋਧ ਮਤੇ ਖੇਤੀ ਕਾਨੂੰਨਾਂ ਦੇ ਦੁਬਾਰਾ ਲਿਆ ਸਕਦੀ ਹੈ। ਅੱਜ ਇਹਦੇ ਨਾਲ ਨਾਲ ਪੰਜਾਬ ਦੀ ਸਰਕਾਰ ਕੋਈ ਆਪਣੇ ਖੇਤੀ ਕਾਨੂੰਨਾਂ ਦੇ ਮਤੇ ਵੀ ਲਿਆ ਸਕਦੀ ਹੈ, ਸਬਜ਼ੀਆਂ ਤੇ ਐਮਐਸਪੀ ਦੀ ਗੱਲ ਵੀ ਲਿਆ ਸਕਦੀ ਹੈ। ਪਿਛਲੀ ਸਰਕਾਰ ਵੇਲੇ ਦੇ ਬਣਾਏ ਗਏ ਜਿਹੜੇ ਕੰਟਰੈਕਟ ਫਾਰਮਿੰਗ ਦੇ ਕੁਝ ਕਾਨੂੰਨ ਨੇ ਜਿਨ੍ਹਾਂ ਤੇ ਕੁਝ ਸਵਾਲ ਉੱਠਦੇ ਨੇ, ਉਹਨਾਂ ਨੂੰ ਵੀ ਰੱਦ ਕਰ ਸਕਦੀ ਹੈ। ਸੋ ਅੱਜ ਦਾ ਦਿਨ ਵੀ ਗਗਨ ਬਹੁਤ ਅਹਿਮੀਅਤ ਵਾਲਾ ਹੈ। ਔਰ ਅੱਗੇ ਵਧਣ ਤੋਂ ਪਹਿਲਾਂ ਮੈਂ ਚਾਹੂੰਗਾ ਜ਼ਰੂਰ ਕਿ ਸਿੱਧੂ ਦੀਆਂ ਮੁੱਖ ਗੱਲਾਂ ਨੇ ਜਿਹੜੀਆਂ ਅੱਜ ਸਿੱਧੂ ਨੇ 4-5 ਨੁਕਤੇ ਚੱਕੇ ਨੇ, ਉਹਨਾਂ ਤੇ ਗੱਲ ਜ਼ਰੂਰ ਸੁਣਾ ਦਿਓ। ਕਿਸਾਨ ਨੂੰ ਜਿੱਦਣ ਤੁਸੀਂ ਇਹ ਅਧਿਕਾਰ ਦਿਓਗੇ ਕਿ ਉਹ ਆਪਣੇ ਕੋਆਪਰੇਟਿਵ ਬਣਾ ਕੇ ਉਹਨੇ ਰਜਿਸਟ੍ਰੇਸ਼ਨ ਕਰ ਸਕਦਾ ਹੈ, ਉਹਨਾਂ ਦੀ ਮੈਨੇਜਮੈਂਟ ਕਰ ਸਕਦਾ ਹੈ, ਤੇ ਤੁਸੀਂ ਉਹਨੂੰ ਕਲੈਕਟਿਵ ਸਟਰੈਂਥ ਦਿਓਗੇ, ਇਕੱਠੇ ਹੋ ਕੇ ਸਾਰੇ ਕਿਸਾਨ ਉਸੇ ਦਿਨ ਪ੍ਰੋਡਿਊਸਰ ਤੋਂ ਇਹ ਤੈਅ ਕਰਨ ਲੱਗ ਜਾਣਗੇ ਵੀ ਅਸੀਂ ਕੀ ਕੀਮਤ ਲੈਣੀ ਹੈ ਇਕੱਠੇ ਹੋ ਕੇ।
ਉਸੇ ਦਿਨ। ਮੈਨੂੰ ਇੱਕ ਬੰਦਾ ਦੱਸ ਦਿਓ ਇਸ ਧਰਤੀ ਦੇ ਉੱਤੇ ਜਿਹੜਾ ਆਪਦੀ ਚੀਜ਼ ਦੀ ਪ੍ਰਾਈਸ ਆਪ ਨਾ ਤੈਅ ਕਰਦਾ ਹੋਵੇ। ਮੈਨੂੰ ਇੱਕ ਬੰਦਾ ਦੱਸ ਦਿਓ। ਤੁਸੀਂ ਜਾਓ ਦੁਕਾਨ ਦੇ ਉੱਤੇ, ਟੁੱਥਪੇਸਟ ਦੀ ਪ੍ਰਾਈਸ ਇੰਨੀ ਹੈ ਜੀ, ਇਹਦੇ ਤੇ ਇੰਨਾ ਟੈਕਸ ਹੈ, ਲੈਣੀ ਆ ਲਾਓ, ਨਹੀਂ ਜਾਓ। ਤੇਲ ਤੇ ਇੰਨੀ ਹੈ, ਇੰਨਾ ਲੈਣਾ ਲਾਓ, ਨਹੀਂ ਜਾਓ। ਗੱਡੀ ਵੇਚਣੀ ਆ, ਇੰਨੇ ਦਊਂ, ਇੰਨੇ ਲੈਣੇ ਆ, ਦੇਣੇ ਆ ਦੇ, ਨਹੀਂ ਜਾ। ਸਵਾਏ ਕਿਸਾਨ ਦੇ। ਕਿਸਾਨ ਪਰਚੂਨ ਤੋਂ ਖਰੀਦਦਾ ਹੈ ਤੇ ਹੋਲਸੇਲ 'ਚ ਵੇਚਦਾ। ਹੀ ਇਜ਼ ਦੀ ਓਨਲੀ ਪਰਸਨ who buys in retail and sells in wholesale. ਕਿਉਂ? ਕਿਉਂਕਿ ਉਹਦੇ ਕੋਲ ਪੈਰਿਸ਼ੇਬਲ। ਤੇ ਡੱਲਾ ਸਾਹਿਬ, ਜਿਸ ਤਰ੍ਹਾਂ ਅੱਜ ਦੇ ਸੈਸ਼ਨ ਨੂੰ ਲੈ ਕੇ, ਕਿਉਂਕਿ ਲਗਾਤਾਰ ਜਦੋਂ ਤੋਂ ਸੈਸ਼ਨ ਸ਼ੁਰੂ ਹੋਇਆ 4 ਦਿਨ ਪਿਛਲੇ ਬੀਤ ਚੁੱਕੇ ਨੇ, ਹਰ ਰੋਜ਼ ਜਦੋਂ ਵਿਰੋਧੀ ਧਿਰਾਂ ਨੇ ਕੋਈ ਪ੍ਰਦਰਸ਼ਨ ਕਰਨਾ ਹੁੰਦਾ ਵੱਖੋ ਵੱਖਰੇ ਤਰੀਕੇ ਨੇ। ਹਰ ਰੋਜ਼ ਕਦੇ ਕਾਂਗਰਸ ਤੇ ਕਦੇ ਅਕਾਲੀ ਦਲ ਵੱਖਰੇ ਤਰੀਕੇ ਦਾ ਪ੍ਰਦਰਸ਼ਨ ਕਰਦੀ, ਆਮ ਆਦਮੀ ਪਾਰਟੀ ਵੱਖਰੇ ਤਰੀਕੇ ਦਾ। ਕੱਲ੍ਹ ਦੀ ਜੇ ਗੱਲ ਕਰੀਏ ਤਾਂ ਉਦੋਂ ਤੁਸੀਂ ਵੀ ਵੇਖਿਆ ਹੈ, ਕਿਉਂਕਿ ਤੁਸੀਂ ਉੱਥੇ ਮੌਜੂਦ ਸੀ, ਕਿ ਇੱਕ ਬਲਦ ਰੇੜੇ ਦੇ ਉੱਤੇ ਚੜ੍ਹ ਕੇ ਜਿਹੜੇ ਪਹੁੰਚੇ ਸੀਗੇ ਐਮਐਲਏ, ਜਿਹੜੇ ਵਿਧਾਇਕ ਸੀ ਅਕਾਲੀ ਦਲ ਦੇ। ਸੋ ਅੱਜ ਕਿਹੋ ਜਿਹੇ ਪ੍ਰਦਰਸ਼ਨਾਂ ਦੀ ਉਮੀਦ ਹੈ? ਕਿਉਂਕਿ ਲਗਾਤਾਰ ਇਹ ਹੁਣ ਪਿਛਲੇ 4 ਦਿਨਾਂ ਤੋਂ ਹੀ ਹੈ ਕਿ ਸਾਰੀਆਂ ਪਾਰਟੀਆਂ ਵਿਰੋਧੀ ਧਿਰਾਂ ਸੱਤਾ ਧਿਰ ਨੂੰ ਘੇਰਨ ਦੇ ਲਈ ਪਹਿਲਾਂ ਹੀ ਤਿਆਰੀਆਂ ਕਰਕੇ ਆਉਂਦੀਆਂ ਨੇ। ਬਿਲਕੁਲ। ਦੇਖੋ, ਮੈਂ ਦੇਖਦਾ ਕਿ ਨਵੀਂ ਕਾਰਡ ਕੱਢਦੇ ਨੇ ਪੋਲੀਟੀਕਲ ਪਾਰਟੀਆਂ ਵਾਲੇ। ਗਗਨ ਜੀ, ਪਿਛਲੀ ਵਾਰੀ ਮੈਂ ਦੇਖਿਆ ਬੱਲਬ ਪਾ ਕੇ ਆ ਗਏ ਇੱਕ ਪੋਲੀਟੀਕਲ ਪਾਰਟੀ ਵਾਲੇ ਗਲਾਂ 'ਚ। ਜੀ, ਪਤਾ ਨਹੀਂ ਫਿਊਜ਼ ਸੀ ਜਾਂ ਜਗਦੇ ਵੀ ਹੋਣਗੇ, ਘਰੇ ਜਾ ਕੇ ਕਿਸੇ ਨੇ ਵਰਤ ਲਏ ਹੋਣੇ। ਜੀ, ਇੱਕ ਵਾਰੀ ਛਣਕਣੇ ਲੈ ਕੇ ਆ ਗਏ। ਜੀ, ਇੱਕ ਵਾਰੀ ਮੈਂ ਦੇਖਦਾ ਸੀ ਇੱਕ ਪੋਲੀਟੀਕਲ ਪਾਰਟੀ ਵਾਲੇ ਉਹ ਰੇਤਾ ਹੀ ਵੇਚਣ ਲੱਗ ਗਏ ਜੀ ਉੱਥੇ, ਸੰਕੇਤਕ ਕਹਿੰਦੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਆ ਹੁਣ ਕੱਲ ਗੱਡੇ ਤੇ ਆ ਗਏ। ਜੀ, ਅਸਲ 'ਚ ਪੋਲੀਟੀਕਲ ਪਾਰਟੀਆਂ ਦੀ ਮਨਸ਼ਾ ਸਿਰਫ ਇਹ ਹੁੰਦੀ ਹੈ ਕਿ ਅਸੀਂ ਚੀਜ਼ਾਂ ਨੂੰ ਡਰਾਮਾਟਾਈਜ਼ ਕਰ ਦਈਏ, ਜਿਵੇਂ ਨਾਟਕ ਰੂਪੀ ਤਰੀਕੇ ਨਾਲ ਪੇਸ਼ ਕਰਦੇ ਨੇ। ਜੀ, ਜੇ ਜਾਗਰੂਕਤਾ ਪੈਦਾ ਕਰਨ ਦਾ ਮਕਸਦ ਹੋਵੇ ਉਹ ਠੀਕ ਹੈ, ਪਰ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੋਵੇ ਉਦੋਂ ਨਹੀਂ ਇਹ ਕਰਨਾ ਚਾਹੀਦਾ। ਅੱਗੇ ਪਿੱਛੇ ਗੱਡੇ ਚਲਾਉਣ, ਕੌਣ ਰੋਕਦਾ ਇਹਨਾਂ ਨੂੰ? ਜੀ, ਅੱਗੇ ਪਿੱਛੇ ਬੱਲਬ ਪਾ ਕੇ ਸਾਰਾ ਦਿਨ ਫਿਰਦੇ ਰਹਿਣ, ਗਲਾਂ 'ਚ ਬੱਲਬ ਪਾ ਕੇ ਜੀ, ਸਾਰਾ ਦਿਨ ਛਣਕਣੇ ਵਜਾਉਂਦੇ ਰਹਿਣ, ਸਾਨੂੰ ਕੀ ਇਤਰਾਜ਼ ਹੈ? ਰੈਲੀਆਂ 'ਚ ਵਜਾਉਣ ਛਣਕਣੇ, ਰੈਲੀਆਂ 'ਚ ਮੰਚਾਂ ਤੇ ਬੈਠਣ, ਗਲਾਂ 'ਚ ਪਾ ਕੇ ਬੱਲਬ, ਗੱਡਿਆਂ ਤੇ ਜਾਣ ਦਿੱਲੀ, ਸਾਨੂੰ ਕੀ ਦਿੱਕਤ ਹੈ? ਜੀ, ਪਰ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੈ ਉਦੋਂ ਉਸਾਰੂ ਰੂਪ ਦੇ ਵਿੱਚ ਗੱਲ ਹੋਣੀ ਚਾਹੀਦੀ ਹੈ। ਚਲੋ ਡੈਮੋਕ੍ਰੇਸੀ ਹੈ, ਕਿਉਂਕਿ ਮੈਂ ਕਿਸੇ ਦੇ ਪ੍ਰੋਟੈਸਟ ਕਰਨ ਦੀ ਆਜ਼ਾਦੀ ਤੇ ਸਵਾਲ ਨਹੀਂ ਖੜੇ ਕਰ ਸਕਦਾ। ਜੀ, ਮੈਂ ਆਪਣਾ ਵਿਚਾਰ ਜ਼ਰੂਰ ਰੱਖਿਆ, ਪਰ ਅਗਰ ਉਹਨਾਂ ਨੇ ਗੱਡਿਆਂ ਤੇ ਪ੍ਰੋਟੈਸਟ ਕਰਨਾ ਜੀ ਸਦਕੇ ਕਰਨ, ਪਰ ਇਹ ਮੈਨੂੰ ਕੋਈ ਬਹੁਤ ਉਸਾਰੂ ਨਹੀਂ ਲੱਗਦਾ। ਗਗਨ, ਉਹ ਕਰਦੇ ਜ਼ਰੂਰ ਹੈ ਅਜਿਹਾ, ਕਿਉਂਕਿ ਉਹ ਡੈਮੋਕ੍ਰੈਟਿਕ ਰਾਈਟ ਵੀ ਹੈ ਪ੍ਰੋਟੈਸਟ ਕਰਨਾ, ਪਰ ਅਜਿਹਾ ਨਾ ਕਰਨ ਤਾਂ ਚੰਗੀ ਗੱਲ ਹੈ। ਵਿਧਾਨ ਸਭਾ ਦੇ ਅੰਦਰ ਜਾਣ, ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਬਹੁਤ ਖਰਚੀਲਾ ਹੈ, ਬੜਾ ਪੈਸਾ ਲੱਗਦਾ ਉਹਦੇ ਤੇ। ਜੀ, ਸੋ ਇਹ ਤਰੀਕੇ ਨਾਲ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਉਹ ਅੱਗੇ ਪਿੱਛੇ ਕਰਨ। ਕਦੀ ਨਹੀਂ ਗੁੱਸਾ ਕਰਦਾ, ਜਿੰਨੇ ਮਰਜ਼ੀ ਗੱਡੇ ਚਲਾਉਣ। ਜੀ, ਮੈਂ ਕਹਿੰਦਾ ਆਪਣੀਆਂ ਕਾਰਾਂ ਵੇਚ ਦੇਣ, ਗੱਡਿਆਂ ਦੀ ਵਰਤੋਂ ਕਰਨ। ਜੀ, ਕੁਝ ਸਮੇਂ ਲਈ ਗੱਡਿਆਂ ਦੀ ਵਰਤੋਂ ਕਰਨਾ ਸੰਕੇਤਕ ਪ੍ਰੋਟੈਸਟ ਤਾਂ ਹੋ ਸਕਦਾ, ਪਰ ਵਿਧਾਨ ਸਭਾ ਸੈਸ਼ਨ ਵਾਲੇ ਦਿਨ ਨਾ ਕਰਨ ਤਾਂ ਚੰਗੀ ਗੱਲ ਹੈ। ਜੀ, ਅੱਗੇ ਪਿੱਛੇ ਕਰ ਲੈਣ। ਜੀ, ਜਿਵੇਂ ਪਤੰਗ ਹੈ, ਬਸੰਤ ਪੰਚਮੀ ਨੂੰ ਚੰਗੇ ਲੱਗਦੇ ਜਾਂ ਲੋਹੜੀ ਨੂੰ ਚੰਗੇ ਲੱਗਦੇ, ਬਿਲਕੁਲ। ਜਾਂ 15 ਅਗਸਤ ਜਾਂ 26 ਜਨਵਰੀ, ਹੈ ਜੀ। ਜੀ, ਕੋਈ ਦੁੱਖ ਵਾਲੇ ਦਿਨ ਵੀ ਪਤੰਗ ਚੜਾਉਂਦਾ? ਬਿਲਕੁਲ। ਦੁਖੀ ਵਿਅਕਤੀ ਕਦੀ ਪਤੰਗ ਚੜਾਉਂਦਾ? ਬਿਲਕੁਲ ਨਹੀਂ। ਸੋ ਹਰ ਚੀਜ਼ ਦੀ ਇੱਕ ਮਰਿਆਦਾ ਹੈ। ਬਾਕੀ ਸੈਲਫ ਕੋਡ ਦੀ ਇੱਕ ਗੱਲ ਹੁੰਦੀ, ਕਿਉਂਕਿ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ, ਹੱਕ ਸਾਰਿਆਂ ਦਾ, ਪਰ ਮੈਂ ਆਪਣਾ ਵਿਚਾਰ ਦੇ ਸਕਦਾ। ਅਗਰ ਉਹ ਅਸਹਿਮਤ ਨੇ ਤਾਂ ਮੈਂ ਉਹਨਾਂ ਦਾ ਵਿਚਾਰ ਵੀ ਦੇ ਸਕਦਾ। ਮੈਨੂੰ ਜ਼ਰੂਰ ਆਪਣੀ ਗੱਲ ਪਹੁੰਚਾ ਦੇਣ। ਜੀ, ਸੋ ਡੱਲਾ ਸਾਹਿਬ, ਅੱਜ ਦਾ ਦਿਨ ਨੂੰ ਕਿੱਦਾਂ ਵੇਖ ਰਹੇ ਹੋ? ਕਿਉਂਕਿ ਅੱਜ ਜਿਸ ਤਰ੍ਹਾਂ ਤੁਸੀਂ ਵੀ ਜਤਾਇਆ ਤੇ ਸਾਰੇ ਪਾਸੇ ਚਰਚਾਵਾਂ ਨੇ, ਕਿਉਂਕਿ ਬੀਤੇ ਦਿਨੀ ਜੋ ਕੁਝ ਹੋਇਆ, ਜਿਸ ਤਰ੍ਹਾਂ ਇੱਕ ਪ੍ਰਸਤਾਵ ਪਾਸ ਕੀਤਾ ਸੀ, ਕਿਉਂਕਿ ਕੱਲ ਗੈਰ ਸਰਕਾਰੀ ਕੰਮਾਂ ਦਾ ਦਿਨ ਸੀ ਵਿਧਾਨ ਸਭਾ ਦੇ ਵਿੱਚ, ਜਿਹਦੇ 'ਚ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਪ੍ਰਸਤਾਵ ਜਿਹੜਾ ਸਰਬਸੰਮਤੀ ਦੇ ਨਾਲ ਪਾਸ ਹੋਇਆ। ਇਹ ਪਹਿਲਾਂ ਵੀ ਬਹੁਤ ਵਾਰ ਹੋਇਆ ਜੀ, ਤੇ ਅੱਜ ਕੀ ਲੱਗ ਰਿਹਾ? ਇਹ ਅਜਿਹੀਆਂ ਗੱਲਾਂ, ਧਰਤੀ ਹੇਠਲੇ ਪਾਣੀ ਨੂੰ ਉੱਚਾ ਕਰਨ ਦੀਆਂ ਗੱਲਾਂ, ਇਹ ਪਹਿਲਾਂ ਵੀ ਬਹੁਤ ਵਾਰ ਹੋਈਆਂ ਨੇ। ਅਸਲ 'ਚ ਇਹ ਸਭ ਕਾਗਜ਼ੀ ਗੱਲਾਂ ਨੇ, ਜੀ, ਨਤੀਜੇ ਨਹੀਂ ਆ ਰਹੇ। ਖੂਹ ਤਾਂ ਸੁੱਕੇ ਪਏ ਪੰਜਾਬ ਦੇ। ਬਿਲਕੁਲ। ਪੰਜਾਬ ਦੇ ਜਿਹੜੇ ਮਰਜ਼ੀ ਖੂਹ 'ਚ ਜਾ ਕੇ ਆਵਾਜ਼ ਮਾਰ ਲਓ, ਤੁਹਾਨੂੰ ਵਾਪਸ ਆਵਾਜ਼ ਸੁਣਨ ਲੱਗ ਜਾਊਗੀ। ਇੱਕ ਦੀਆਂ 7 ਬਣ ਕੇ ਮੁੜਦੀਆਂ ਆਵਾਜ਼ਾਂ। ਬਿਲਕੁਲ। ਪਾਣੀ ਹੈ ਨਹੀਂ। ਆ ਖੇਤੀਬਾੜੀ ਯੂਨੀਵਰਸਿਟੀ ਮੈਂ 1997 ਤੋਂ 2-3 ਖੂਹ ਦੇਖਦਾ ਆ ਰਿਹਾ ਸੀ। ਮੇਰੇ ਦੇਖਦੇ ਪਾਣੀ ਜਮਾ ਹੀ ਖਤਮ ਹੋ ਗਏ ਜੀ, ਔਰ ਕਈ ਤਾਂ ਉਹਨਾਂ 'ਚੋਂ ਭਰੇ ਵੀ ਗਏ। ਮੈਂ ਪਿੱਛੇ ਜੇ ਗਿਆ, ਕਈ ਸਾਲ ਮੈਂ ਜਾ ਨਹੀਂ ਸਕਿਆ, ਤੇ ਮੈਂ ਖੂਹ ਲੱਭਣ ਗਿਆ ਤੇ ਉਹ ਭਰੇ ਗਏ ਖੂਹ। ਬਿਲਕੁਲ। ਸਥਿਤੀਆਂ ਇਹ ਨੇ ਕਿ ਖੂਹ, ਜਿਹੜੇ ਖੋਜ ਕਰਨ ਵਾਲੇ ਮਾਹਰ ਨੇ ਨਾ, ਉਹ ਵੀ ਇਹ ਮੰਨ ਗਏ ਵੀ ਹੁਣ ਇਹ ਖੂਹ 'ਚ ਕੀ ਕਰਨਾ ਹੈ, ਤੇ ਮਿੱਟੀ ਪਾ ਕੇ ਭਰ ਦਿਓ। ਬਿਲਕੁਲ। ਆਹ ਸਥਿਤੀਆਂ ਬਣ ਗਈਆਂ ਮੁਲਕ ਦੀਆਂ। ਜੀ, ਸੋ ਸਰਕਾਰ ਨੂੰ ਜ਼ਮੀਨ ਹੇਠਲੇ ਪਾਣੀ ਬਾਰੇ ਸੋਚਣਾ ਚਾਹੀਦਾ, ਗੰਭੀਰਤਾ ਦੇ ਨਾਲ ਪਾਣੀ ਨੂੰ ਰੀਚਾਰਜ ਕਰਨ ਬਾਰੇ ਸੋਚਣਾ ਚਾਹੀਦਾ, ਔਰ ਖ਼ਾਸ ਤੌਰ ਤੇ
ਜਿਹੜਾ ਫਾਲਤੂ ਪਾਣੀ ਪਹਾੜਾਂ ਤੋਂ ਆਉਂਦਾ ਹੈ, ਜਿਹਨੂੰ ਅਸੀਂ ਸਾਂਭ ਹੀ ਨਹੀਂ ਰਹੇ, ਉਹਨੂੰ ਸਾਂਭਣਾ ਚਾਹੀਦਾ ਹੈ। ਜੀ ਸਾਡੇ ਰਾਵੀ ਦਾ ਪਾਣੀ ਫਾਲਤੂ ਵਗ ਰਿਹਾ, ਉਹਨੂੰ ਸਾਂਭਣਾ ਚਾਹੀਦਾ ਹੈ। ਜੀ ਰੀਚਾਰਜਿੰਗ, ਜਦੋਂ ਅੰਗਰੇਜ਼ੀ ਦਾ ਟਰਮ ਹੈ, ਕਹਿੰਦੇ ਵਾਟਰ ਹਾਰਵੈਸਟਿੰਗ ਵਾਲੇ ਪਾਸੇ ਜ਼ੋਰ ਦੇਣਾ ਚਾਹੀਦਾ ਹੈ, ਨੈਚੁਰਲ ਰੀਚਾਰਜਿੰਗ ਵਾਲੇ ਪਾਸੇ ਜ਼ੋਰ ਦੇਣਾ ਚਾਹੀਦਾ ਹੈ। ਹੁਣ ਜਦੋਂ ਮੀਂਹ ਪੈਂਦਾ ਹੈ ਤੇ ਪਾਣੀ ਹੈ ਜਿਹੜਾ ਉਹ ਜ਼ਮੀਨ 'ਚ ਜਾਵੇ, ਉਹਦੇ ਪ੍ਰਬੰਧ ਸਰਕਾਰਾਂ ਨੂੰ ਕਰਨੇ ਚਾਹੀਦੇ। ਜੀ ਬਿਲਕੁਲ। ਸੋ ਹੁਣ ਇਸ ਪਾਣੀ ਦੇ ਪੱਧਰ ਨੂੰ ਲੈ ਕੇ ਵੀ ਚਰਚਾਵਾਂ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਹੋਈਆਂ ਨੇ, ਇੱਕ ਕਮੇਟੀ ਦਾ ਗਠਨ ਹੋਇਆ ਜਿਹੜੀ 3 ਮਹੀਨੇ ਦੇ ਅੰਦਰ ਰਿਪੋਰਟ ਸੌਂਪੇਗੀ। ਸੋ ਉਮੀਦ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਵੀ, ਜੇਕਰ ਉਹਨਾਂ ਦੀ ਸਰਕਾਰ ਦਾ ਜਿਹੜਾ ਅਖੀਰਲਾ ਵਰ੍ਹਾ ਹੈ, ਸੋ ਪੰਜਾਬ ਦੇ ਲਈ ਕੁਝ ਵੱਡਾ ਕਰਕੇ ਜਾਣਗੇ। ਉਮੀਦ ਇਸੇ ਦੇ ਨਾਲ ਲਗਾਤਾਰ ਜਿਹੜੇ ਸਾਰਿਆਂ ਦੇ ਵੱਲੋਂ ਅਜਿਹੇ ਬਿਆਨ ਆ ਰਹੇ ਨੇ। ਸੋ ਅੱਗੇ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਵਿਧਾਨ ਸਭਾ ਦੇ ਵਿੱਚ ਬਜਟ ਵੀ ਪੇਸ਼ ਹੋਣਾ ਹੈ, ਬਜਟ ਸੈਸ਼ਨ ਹੈ ਇਹ, 8 ਤਰੀਕ ਨੂੰ ਬਜਟ ਪੇਸ਼ ਹੋਣਾ, ਫਿਰ ਉਸ ਦੇ ਉੱਤੇ 2 ਦਿਨ ਜਿਹੜੀ ਕਾਰਵਾਈ ਚੱਲਣੀ ਹੈ, 2 ਦਿਨ ਦੀ ਗੱਲਬਾਤ ਉਸ ਦੇ ਉੱਤੇ ਹੋਣੀ ਹੈ। ਸੋ ਹੁਣ ਉਮੀਦ ਕਰਾਂਗੇ ਕਿ ਅੱਜ ਦਾ ਦਿਨ ਰਹਿ ਗਿਆ ਹੈ ਸਰਕਾਰ ਦੇ ਕੋਲ, ਤੇ ਅੱਜ ਖੇਤੀ ਕਾਨੂੰਨਾਂ ਨੂੰ ਲੈ ਕੇ ਨਵੇਂ ਪ੍ਰਸਤਾਵ ਪੇਸ਼ ਹੋ ਸਕਦੇ ਨੇ, ਆਪਣੇ ਕਾਨੂੰਨ ਆ ਸਕਦੇ ਨੇ, ਪੰਜਾਬ ਦੇ ਪ੍ਰਸਤਾਵ ਪੇਸ਼ ਹੋ ਸਕਦਾ ਆਪਣੇ ਕਾਨੂੰਨਾਂ ਦੇ ਲਈ। ਤੇ ਖਾਸ ਤੌਰ ਦੇ ਉੱਤੇ ਜਿਹੜੀ ਚਰਚਾ ਰਹੇਗੀ ਕਿ ਅੱਜ MSP ਖੁਦ ਆਪਣੇ ਪੱਧਰ ਦੇ ਉੱਤੇ ਦਾਲਾਂ ਸਬਜ਼ੀਆਂ ਦੀ MSP ਨੂੰ ਲੈ ਕੇ ਵੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੋਈ ਪ੍ਰਸਤਾਵ ਪੇਸ਼ ਹੋ ਸਕਦੇ ਨੇ। ਇਸੇ ਉਮੀਦਾਂ ਦੇ ਨਾਲ ਹੁਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਜਾਜ਼ਤ ਲਵਾਂਗੇ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ। ਔਰ ਜਾਂਦੇ ਜਾਂਦੇ ਜਿਹੜੇ ਕੱਲ ਦੇ ਖਾਸ ਬਿਆਨ ਸੀ ਜੀ, ਔਰ ਰੇੜੇ ਵਾਲੇ ਬਿਆਨ ਵੀ ਸੁਣਾ ਦਿਓ, ਗੱਡਿਆਂ ਵਾਲੇ। ਬਿਲਕੁਲ, ਬਹੁਤ ਬਹੁਤ ਧੰਨਵਾਦ। ਕਿਸੇ ਦੀ ਗੱਲ ਰਹਿ ਨਾ ਜਾਵੇ। ਕੁਆਂਟੀਟੀ ਹੈ। ਐਸਾ ਕਿ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਾਂਗਾ, ਸਿੱਧੂ ਸਾਹਿਬ ਇੱਕ ਵਾਰੀ ਪੜ੍ਹ ਲਓ, ਇੱਕ ਕੈਪਟਨ ਦੀਆਂ ਝੂਠੀਆਂ ਗੱਲਾਂ 'ਚ ਨਾ ਆਈਏ। ਵਿਧੇਇਕ 3 ਦੇ ਅੰਦਰ ਇੱਕ ਵੀ ਸ਼ਬਦ ਅਗਰ ਕਿਹਾ ਹੋਵੇ, ਅਸੀਂ ਜ਼ਿੰਮੇਵਾਰ ਹਾਂ। ਇੱਕ ਵੀ ਸ਼ਬਦ ਜ਼ਮੀਨ ਬਾਰੇ ਕਿਹਾ ਹੀ ਨਹੀਂ ਹੈ। ਸੋ ਕੈਪਟਨ ਸਾਹਿਬ ਦੀ ਗੱਲਾਂ 'ਚ ਅੱਗੇ ਹੀ ਪੰਜਾਬ ਆਇਆ ਔਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੇ ਇੱਧਰ ਭੇਜ ਦਿੱਤਾ, ਜਦਕਿ ਇੱਕ ਵੀ ਸ਼ਬਦ ਜ਼ਮੀਨ ਹੜਪਣ ਬਾਰੇ। ਸੋ ਉਲਟਾ ਲਿਖਿਆ ਕਿ ਕਿਰੇ ਵੀ ਕਿਸਾਨ ਦੀ ਜ਼ਮੀਨ ਕੋਈ ਲੈ ਨਹੀਂ ਸਕੇਗਾ, ਮੋੜ ਗਈ ਨਹੀਂ ਕਰ ਪਾਏ। ਅਸੀਂ ਆਪਣੀ ਸਸਟੇਨੇਬਲ ਲਿਮਿਟ ਤੋਂ ਕਿਤੇ ਜ਼ਿਆਦਾ ਪਾਣੀ, ਪੰਜਾਬ ਦਾ ਪਾਣੀ ਕਰਜ਼ੇ ਲੈ ਲੈ, ਟਿਊਬਵੈੱਲ ਲਾ, ਪੰਪੀਆਂ ਚਲਾ, ਸਸਟੇਨੇਬਲ ਲਿਮਿਟ ਤੋਂ ਕਿਤੇ ਵੱਧ ਪਾਣੀ ਕੱਢ ਰਹੇ ਹਾਂ ਅਸੀਂ। ਔਰ ਮੈਂ ਕਦੋਂ ਦਾ ਦੁਹਰਾ ਰਿਹਾ ਇਹ ਕਿ 1 ਕਿਲੋ ਝੋਨਾ ਲਾਣਾ ਹੋਵੇ ਤੇ 5000 ਲੀਟਰ ਪਾਣੀ ਲੱਗਦਾ। ਤੁਸੀਂ ਹਿਸਾਬ ਲਾ ਲਓ ਕਿ ਜਿੰਨਾ SYL ਤੋਂ ਨੁਕਸਾਨ ਹੋਣਾ ਸੀ, ਉਹਦੇ ਨਾਲੋਂ ਕਿਤੇ ਵੱਧ ਕਰਦੇ ਹਾਂ ਹਰ ਸਾਲ। ਪਾਣੀ ਐਕਸਪੋਰਟ ਕਰਦੇ ਹਾਂ ਅਸੀਂ ਝੋਨੇ ਦੇ ਨਾਲ, ਖਾਣੇ ਤਾਂ ਸਿਰਫ 8%। ਫਿਰ ਕਹੇ ਜੀ ਸੋਲੂਸ਼ਨ। ਮੈਂ 6 ਮਹੀਨੇ ਤੋਂ ਉਹੀ ਗੱਲ ਕਰਦਾ। ਵੈਟ ਘਟਾਉਣਾ ਕਿਹਨੇ ਆ? ਉਹ ਸੂਬੇ ਦੀ ਸਰਕਾਰ ਨੇ ਘਟਾਉਣਾ। ਮਨਪ੍ਰੀਤ ਸਿੰਘ ਬਾਦਲ ਨੇ ਘਟਾਉਣਾ, ਕੈਪਟਨ ਅਮਰਿੰਦਰ ਸਿੰਘ ਨੇ ਘਟਾਉਣਾ, ਕਾਂਗਰਸ ਨੇ ਘਟਾਉਣਾ। ਲੋਕਾਂ ਨੂੰ ਐਵੇਂ ਮੂਰਖ ਬਣਾਉਣਾ ਵੈਟ ਦੇ ਉੱਤੇ, ਇਹ ਗੱਲ ਸ਼ੋਭਦੀ ਨਹੀਂ। ਇਸ ਲਈ ਅੱਜ ਅਸੀਂ ਜੱਟ ਦਾ ਜਿਹੜਾ ਗੱਡਾ ਹੁੰਦਾ ਉਹਨੂੰ ਹੀ ਲੈ ਕੇ ਚੱਲੇ ਆ ਕਿ ਅਖੀਰ 'ਚ ਹਾਲਾਤ ਇਹੀ ਬਣਨੇ ਆ ਕਿ ਇਲੈਕਟ੍ਰਿਕ ਤਾਂ ਛੱਡੋ, ਲੱਗਦਾ ਵਾਪਸ ਬਲਦਾਂ ਤੇ ਆਉਣਾ ਪੈਣਾ। ਔਰ ਉਹਨਾਂ ਨੂੰ ਸਮਝਾਉਣ ਚੱਲੇ ਆ ਕਿ ਸੈਂਟਰ ਠੀਕ ਹੈ ਆਪਦੇ ਰੇਟ ਘਟਾਵੇ 'ਚ ਕੋਈ ਦੋਰਾਵਾਂ, ਮਗਰ ਤੁਹਾਡੀ ਸਰਕਾਰ ਹੈ, ਤੁਸੀਂ ਆਪਣਾ ਕੰਮ ਤਾਂ ਕਰੋ। ਅੱਜ ਪਾਣੀ ਨੂੰ ਸੰਭਾਲਣ ਦੇ ਮੁੱਦੇ ਤੇ ਜਿਹੜਾ ਰੈਜ਼ੋਲੂਸ਼ਨ ਆਇਆ ਸੀ ਉੱਤੇ ਬੋਲਦੇ ਹੋਏ ਅਸੀਂ ਮੰਗ ਰੱਖੀ, ਧਰਤੀ ਹੇਠਲੇ ਪਾਣੀ ਨੂੰ ਜਿਹੜੀ ਉਹਦੀ ਪੋਜੀਸ਼ਨ ਆ ਉਹ ਵਿਦ ਫਿਗਰਸ ਵਿਦ ਰਿਕਾਰਡ ਅਸੀਂ ਉੱਥੇ ਸਾਰੀ ਰੱਖੀ ਆ। ਉਹਦੇ ਨਾਲ ਨਾਲ ਉਹਨੂੰ ਸੰਭਾਲਣ ਲਈ ਜਿਹੜੇ ਉਪਾਅ ਨੇ, ਜਿਹੜੇ ਹੱਲ ਹੋ ਸਕਦੇ ਨੇ, ਉਹ ਸੁਝਾਅ ਨੇ ਆਪਣੇ ਦਿੱਤੇ, ਜਿਹਦੇ ਵਿੱਚ ਗੱਲ ਕੀਤੀ ਵੀ ਸਾਂਭਣ ਦਾ ਸਭ ਤੋਂ ਵਧੀਆ ਜ਼ਰੀਆ ਨਹਿਰੀ ਪਾਣੀ ਆ। ਤੇ ਅੱਜ ਨਹਿਰੀ ਪਾਣੀ ਦਾ ਬਜਟ 100 ਕਰੋੜ ਤੋਂ ਵੀ ਥੱਲੇ ਆ, ਸਿੰਚਾਈ ਮਹਿਕਮੇ ਦਾ ਬਜਟ, ਜਿਹਦੇ ਨਾਲ ਖਰਚੇ ਤੇ ਤਨਖਾਹਾਂ ਤੱਕ ਨਹੀਂ ਪੂਰੀਆਂ ਹੁੰਦੀਆਂ ਹੈਗੀਆਂ। ਤੇ ਫਿਰ ਅੱਗੋਂ ਪਲੈਨਿੰਗ ਆਪਾਂ ਕੀ ਕਰਾਂਗੇ ਇਸ ਸੰਦਰਭ ਦੇ ਵਿੱਚ।